ਨੇ ਉਹਦਾ ਨਾਂ ਅੱਲਾ ਨੇ ਇਸਲਾਮ ਰੱਖਿਆ ਹੋਵੇ ਤੇ ਉਹ ਇਸਲਾਮ ਦੇ ਅੰਦਰ ਜਿਹੜੇ ਜਿਹੜੀ ਉਹਦੀਆਂ ਜ਼ੰਨੀਆਤ ਨੇ ਜਿਹੜੀਆਂ ਉਹਨਾਂ ਦੇ ਉੱਤੇ ਈਮਾਨ ਲਿਆਣਾ ਜਿਹੜਾ ਵੇ ਕਤਿਆਤ ਤੇ ਜ਼ੰਨੀਆਤ ਉਹਨਾਂ ਦੇ ਈਮਾਨ ਲਿਆਣਾ ਜਿਹੜਾ ਵੇ ਨਾ ਇਸ ਚੀਜ਼ ਦਾ ਨਾਂ ਇਸਲਾਮ ਹੈ। ਅਰਸਦ ਭਾਈ ਜ਼ਰਾ ਲਾਈਵ ਸੰਭਾਲਿਓ, ਮੈਂ ਆਇਆ ਕੋਈ 15-20 ਮਿੰਟਾਂ ਤੱਕ। ਜੀ ਜੀ ਬੰਦ ਨਹੀਂ ਹੁੰਦੀ, ਚੱਲਦੀ ਅੱਛਾ ਰਹੇਗੀ। ਤੁਸੀਂ ਮੋਡਰੇਟਰ ਹੋ, ਸਹੀ ਹੈ ਬੰਦਾ, ਤੁਸੀਂ ਚੁੱਕ ਸਕਦੇ ਹੋ ਥੱਲੋਂ। ਜੀ ਕੋਈ ਗੱਲ ਨਹੀਂ। ਗੱਲ ਸੁਣੋ, ਹੁਣ ਕੁਰਾਨ ਵਿੱਚ ਲਿਖਿਆ ਕਿ ਆਰਾਬ ਨੇ ਕਿਹਾ ਅਸੀਂ ਇਸਲਾਮ ਲਿਆ ਹੈ, ਅੱਲਾ ਈਮਾਨ ਲਿਆ ਹੈ। ਅੱਲਾ ਨੇ ਕਿਹਾ ਤੁਸੀਂ ਇਹ ਕਹੋ ਵੀ ਇਸਲਾਮ ਲਿਆ ਹੈ ਲੇਕਿਨ ਈਮਾਨ ਅਜੇ ਤੁਹਾਡੇ ਦਿਲਾਂ 'ਚ ਦਾਖਲ ਨਹੀਂ ਹੋਇਆ। ਯਾਨੀ ਈਮਾਨ ਨੂੰ ਅੱਲਾ ਨੇ ਉਸ ਤੋਂ ਆਲਾ ਚੀਜ਼ ਰੱਖਿਆ। ਯਾਨੀ ਮੁਸਲਮਾਨ ਕੋਈ ਵੀ ਹੋ ਸਕਦਾ ਲੇਕਿਨ ਈਮਾਨ ਅੱਲਾ 'ਚ ਦਾਖਲ ਨਹੀਂ ਹੋਇਆ। ਇਹ ਕੁਰਾਨ 'ਚ ਲਿਖਿਆ। ਮੈਂ ਵੀ ਇਹੀ ਗੱਲ ਕਰ ਰਿਹਾ ਲੇਕਿਨ ਤੁਸੀਂ ਮੇਰੀ ਗੱਲ ਨੂੰ ਸਮਝੇ ਨਹੀਂ ਹੈ। ਮੈਂ ਵੀ ਤਾਂ ਇਹੀ ਕਿਹਾ। ਫਿਰ ਠੀਕ। ਮੈਂ ਵੀ ਤਾਂ ਇਹੀ ਕਿਹਾ ਨਾ ਕਿ ਦੇਖੋ ਜੀ, ਇੱਕ ਬੰਦਾ ਅਗਰ ਕਹਿੰਦਾ ਮੈਂ ਮੁਸਲਮਾਨ ਹਾਂ, ਮੈਂ ਦੀਨ ਇਸਲਾਮ ਤੇ ਹਾਂ, ਲੇਕਿਨ ਉਹ ਇਸ ਦੀਨ ਇਸਲਾਮ ਦੇ ਜਿਹੜੇ ਕਤਿਆਤ ਤੇ ਜ਼ੰਨੀਆਤ ਨੇ ਜਿਹੜੀਆਂ ਉਹਨਾਂ ਦੇ ਅਗਰ ਈਮਾਨ ਨਹੀਂ ਰੱਖਦਾ ਤੇ ਉਹ ਭਾਵੇਂ ਕਰੋੜਾਂ ਦੀ ਕਹਿੰਦਾ ਰਹੇ ਮੈਂ ਮੁਸਲਮਾਨ। ਜਿਸ ਤਰ੍ਹਾਂ ਕਿ ਮਿਰਜ਼ਾ ਕਾਦੀਆਨੀ ਸੀ ਜਿਹੜਾ, ਉਹ ਵੀ ਤਾਂ ਇਹੀ ਕਹਿੰਦਾ ਸੀ। ਉਹ ਵੀ ਤਾਂ ਇਹੀ ਕਹਿੰਦਾ ਸੀ ਕਿ ਬਈ ਮੈਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਉਮਤੀ ਹਾਂ, ਮੈਂ ਉਹਨਾਂ ਦਾ ਉਮਤੀ ਨਬੀ ਹਾਂ, ਮੈਂ ਉਹਨਾਂ ਦਾ ਜ਼ਿਲ ਬਰੂਜ਼ ਹਾਂ, ਮੈਂ ਉਹਨਾਂ ਦੀ ਹੀ ਤਾਲੀਮਾਤ ਨੂੰ ਜਿਹੜਾ ਵੇ ਉਹ ਅੱਗੇ ਲੈ ਕੇ ਚੱਲਣ ਆਇਆ ਵਾਂ। ਸਾਰੇ ਦਾਅਵੇ ਉਹ ਕਰਦਾ ਸੀ, ਲੇਕਿਨ ਉਹਨੇ ਇੱਕ ਕੁਰਾਨ ਦੀ ਜਿਹੜੀ ਨਸੇ ਕਤਈ ਹੈ ਉਸ ਆਇਤ ਦਾ ਉਹਨੇ ਇਨਕਾਰ ਕਰ ਦਿੱਤਾ। ਉਹ ਦੀਨ ਇਸਲਾਮ ਤੋਂ ਖਾਰਜ ਹੋ ਗਿਆ। ਉਹਦੀ ਤਾਵੀਲ ਕਰਕੇ ਉਹ ਦੀਨ ਇਸਲਾਮ ਤੋਂ ਬਾਹਰ ਹੋ ਗਿਆ। ਐਸੇ ਤਰ੍ਹਾਂ ਹੀ ਮਿਰਜ਼ਾ ਜੁਲਮੀ ਜਿਹੜਾ ਵੇ ਨਾ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਣਾ, ਉਹਨੇ ਆਪਣੇ ਆਪ ਨੂੰ ਇਮਾਮ ਮਹਿੰਦੀ ਹੋਣ ਦਾ ਦਾਅਵਾ ਵੀ ਉਹਨੇ ਕੀਤਾ ਹੈ। ਉਹਨੇ ਆਪਣੇ ਆਪ ਨੂੰ ਪੈਗੰਬਰ ਹੋਣ ਦਾ ਵੀ ਉਹਨੇ ਦਾਅਵਾ ਕੀਤਾ ਹੈ। ਉਹਨੇ ਕਿਹਾ ਮੈਨੂੰ ਅੱਲਾ ਨੇ ਮਬਊਸ ਕੀਤਾ ਹੈ। ਮੈਂ ਤੁਹਾਨੂੰ ਉਹਦੇ ਕਮ ਅਜ਼ ਕਮ 10 ਤੋਂ 15 ਬਿਆਨ ਮੈਂ ਦਿਖਾ ਸਕਦਾ ਜਿਸ ਤੋਂ ਉਹਨੇ ਕਿਹਾ ਵੇ ਕਿ ਮੈਨੂੰ ਅੱਲਾ ਨੇ ਮਬਊਸ ਕੀਤਾ ਹੈ। ਠੀਕ ਹੈ ਜੀ। ਇੱਕ ਬਿਆਨ ਜਿਹੜਾ ਤੁਹਾਨੂੰ ਮੈਂ ਨਹੀਂ ਮੌਲਵੀਆਂ ਤੇ ਨਹੀਂ, ਉਹਨੇ ਕਿਹਾ ਅੱਲਾ ਨੇ ਮੈਨੂੰ ਮਬਊਸ ਕੀਤਾ ਹੈ, ਅੱਲਾ ਨੇ ਮੈਨੂੰ ਜਿਹੜਾ ਵੇ ਨਾ ਉਹ ਮੇਰਾ ਸ਼ਰਅ ਸਦਰ ਕੀਤਾ ਹੈ। ਹਾਲਾਂਕਿ ਅੱਲਾਹ ਤਾਲਾ ਦੀ ਜ਼ਾਤ ਨੇ ਕੁਰਾਨ ਪਾਕ 'ਚ ਕਿਹਾ ਵੇ ਕਿ ਅਲਮ ਨਸ਼ਰਹ ਲਕ ਸਦਰਕ। ਅੱਲਾਹ ਤਾਲਾ ਦੀ ਜ਼ਾਤ ਨੇ ਕਿਹਾ ਕਿ ਐ ਹਬੀਬ ਅਸੀਂ ਤੁਹਾਡਾ ਸੀਨਾ। ਮੇਰੀ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ। ਮਿਰਜ਼ਾ ਸਾਹਿਬ ਜਿਹੜੀ ਚਵਲ ਮਾਰਨ ਦੇ ਉਹਨੂੰ ਛੱਡ ਦਿਓ। ਅਸੀਂ ਉਹਦਾ ਕੋਈ ਅਸਲ 'ਚ ਨਾ ਮੇਰੀ ਗੱਲ ਸੁਣੋ, ਫਿਰ ਇਹੀ ਗੱਲ ਅਸੀਂ ਮਿਰਜ਼ਾ ਕਾਦੀਆਨੀ ਦੇ ਬਾਰੇ ਕਰ ਸਕਦੇ ਹਾਂ ਕਿ ਬਈ ਉਹਨੇ ਜਿਹੜੀਆਂ ਚਵਲਾਂ ਮਾਰੀਆਂ ਨੇ ਉਹਨੂੰ ਛੱਡ ਦੇਣੇ ਆ, ਤੇ ਜਿਹੜੀਆਂ ਉਹਨੇ ਸ਼ਹੀਦਾਂ ਕੀਤੀਆਂ ਨੇ ਤੇ ਤੁਹਾਨੂੰ ਮੈਂ ਸਾਬਤ ਕਰਾਂਗਾ ਨਾ ਕਿ ਇਹਨੇ ਨਬੂਵਤ ਦਾ ਦਾਅਵਾ ਵੀ ਕੀਤਾ, ਇਹਨੇ ਇਮਾਮ ਮਹਿੰਦੀ ਹੋਣ ਦਾ ਦਾਅਵਾ ਵੀ ਕੀਤਾ। ਮੈਂ ਸਾਬਤ ਕਰਾਂਗਾ। ਜੇ ਉਹਨੇ ਨਾ ਤੁਸੀਂ ਦਿਖਾਓ ਜੀ, ਜੇ ਉਹਨੇ ਨਬੂਵਤ ਦਾ ਦਾਅਵਾ ਕੀਤਾ ਹੋਇਆ ਤਾਂ ਹੁਣੇ ਮੈਂ ਚੱਲ ਕੇ ਇਹਨਾਂ ਨੂੰ ਫੜ ਲੈਣਾ ਬਈ ਉਹ ਤਾਂ ਨਬੂਵਤ ਦਾ ਦਾਅਵਾ ਕਰਦਾ ਤੇ ਤੁਸੀਂ ਕਿੱਧਰ ਬਈ ਮੁਸਲਮਾਨ ਬਣੇ। ਮੇਰੀ ਜਾਨ ਦੇ ਟੋਟੇ ਹੋ। ਤੁਹਾਨੂੰ ਮੈਂ ਕਹਿ ਤੇ ਰਿਹਾ ਵਾਂ ਕਿ ਜਦੋਂ ਉਹਨੇ ਕਿਹਾ ਵੇ ਕਿ ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਰਦਾ, ਆਪਣੇ ਕੋਲੋਂ ਕੋਈ ਗੱਲ ਨਹੀਂ ਕਰਦਾ। ਹੁਣ ਮੈਂ ਜਿਹੜੀ ਗੱਲਾਂ ਤੁਹਾਡੇ ਨਾਲ ਕਰਨ ਡਿਆ ਤੇ ਮੈਂ ਤੁਹਾਨੂੰ ਕਹਾਂ ਮੈਂ ਕੋਈ ਗੱਲ ਆਪਣੇ ਕੋਲੋਂ ਨਹੀਂ ਕਰ ਰਿਹਾ, ਮੈਂ ਅੱਲਾ ਦੀ ਤਾਈਦ ਨਾਲ ਗੱਲ ਕਰ ਰਿਹਾ, ਮਾਜ਼ਅੱਲਾ ਅਸਤਗਫਿਰੁੱਲਾਹ, ਇਹਦਾ ਕੀ ਮਤਲਬ ਹੋਏਗਾ? ਨਾਲੇ ਆਸਫ ਭਾਈ ਮਾਜ਼ਰਤ ਦੇ ਨਾਲ ਉਹ ਮਿਰਜ਼ਾ ਇੰਜੀਨੀਅਰ ਤੇ ਕਹਿੰਦਾ ਕਿ ਮਿਰਜ਼ਾ ਕਾਦੀਆਨੀ ਨੇ ਨਬੂਵਤ ਦਾ ਦਾਅਵਾ ਕੀਤਾ ਹੀ ਨਹੀਂ ਹੈ। ਉਹ ਤੇ ਹਰ ਇੱਕ ਬਾਤ ਦਾ ਫਿਰ ਟਾਪਿਕ ਚੇਂਜ ਹੋ ਜਾਏਗਾ ਨਾ ਅਨੁਮਾਨ ਭਾਈ। ਮੇਰੀ ਗੱਲ ਸੁਣੋ, ਮੈਨੂੰ ਲੱਗਦਾ ਤੁਸੀਂ ਮਿਰਜ਼ਾ ਦੇ ਬੜੇ ਖਿਲਾਫ ਹੋ। ਕੋਈ ਇਹ ਨਹੀਂ ਗੱਲ ਹੈ ਕਾਜ਼ਮੀ ਸਾਹਿਬ, ਇਹੀ ਗੱਲ ਕਾਦੀਆਨੀ ਕਰਦੇ ਨੇ। ਕਾਜ਼ਮੀ ਸਾਹਿਬ ਮਾਜ਼ਰਤ ਦੇ ਨਾਲ ਸਾਡੇ ਨਾਲ ਤੁਹਾਡੇ ਮਸਲਕੀ ਇਖਤਲਾਫਾਤ ਹੈ ਨੇ, ਸਾਡੇ ਤੁਹਾਡੇ ਨਾਲ ਮਸਲਕੀ ਇਖਤਲਾਫਾਤ ਹੈ ਨੇ, ਲੇਕਿਨ ਜਿਸ ਤਰ੍ਹਾਂ ਦੇ ਦਾਅਵਾਜਾਤ ਜਾਂ ਜਿਸ ਤਰ੍ਹਾਂ ਦੇ ਦੇਖੋ ਨਾ ਤੁਸੀਂ, ਉਹ ਤੁਹਾਡੇ ਜਿਹੜੇ ਅਕਾਇਦ ਨੇ ਤੁਹਾਡੇ ਮਖਫੀ ਨਹੀਂ ਹੈਗੇ। ਮਸਲਨ ਅਹਿਲੇ ਤਸ਼ਯੀ ਜਿਹੜੇ ਨੇ ਉਹਨਾਂ ਦੇ ਜਿਹੜੇ ਅਕਾਇਦ ਨੇ ਉਹ ਮਖਫੀ ਨਹੀਂ ਹੈਗੇ, ਛੁਪੇ ਦੇ ਨਹੀਂ ਹੈਗੇ। ਜਿਹੜੇ ਵੀ ਉਹਨਾਂ ਦੇ ਅਕਾਇਦ ਨੇ ਉਹ ਵਾਜ਼ਿਆ ਨੇ। ਸਹੀ ਹੈ, ਠੀਕ ਹੈ ਜੀ। ਇਹ ਬੰਦਾ ਇਸਲਾਮ ਦਾ ਓੜ ਕੇ ਨਾ ਯਾਨੀ ਕਿ ਲਿਬਾਦਾ ਤੇ ਪਸੇ ਪਰਦਾ ਜਿਹੜਾ ਵੇ ਉਹ ਮੁਲਹਿਦੀਨ ਦਾ ਜਿਹੜਾ ਅਕਾਇਦ ਨੇ ਨਾ ਉਹਨਾਂ ਨੂੰ ਇਸ ਟਾਈਮ ਜਿਹੜੀ ਨੌਜਵਾਨ ਨਸਲ ਹੈ ਨਾ ਉਹਦੀ ਰਗਾ ਦੇ ਅੰਦਰ ਇਹ ਬੰਦਾ ਜਿਹੜਾ ਵੇ ਨਾ ਉਹ ਸਮਝੋ ਕਿ ਉਹਨੂੰ ਇੰਜੈਕਟ ਕਰ ਰਿਹਾ, ਲੋਕਾਂ ਨੂੰ ਮੁਲਹਿਦ ਬਣਾ ਰਿਹਾ ਲੋਕਾਂ ਨੂੰ। ਦੀਨ ਬੇਦਾਰ ਯਾਨੀ ਕਿ ਦੀਨ ਬੇਦਾਰ ਜੀ ਚਾਹੀਦਾ ਨਾ। ਤੁਹਾਨੂੰ ਲੱਗਦਾ ਪਾਕਿਸਤਾਨ ਵਿੱਚ ਵਾਕਈ ਇਲਹਾਦ ਦੀ ਤਾਦਾਦ ਬਹੁਤ ਜ਼ਿਆਦਾ ਵੱਧ ਰਹੀ ਹੈ, ਇਹਦਾ ਕੀ ਸਬਬ ਹੈ? ਉਹਦੀ ਵਜ੍ਹਾ ਇਹ ਹੈ ਨਾ ਕਿ ਇਸ ਤਰ੍ਹਾਂ ਦੇ ਜਿਹੜੇ ਮੋਟੀਵੇਸ਼ਨਲ ਸਪੀਕਰ ਨੇ ਨਾ ਜਿਹੜੇ ਕਿ ਆਪਣੀ ਫੀਲਡ ਨੂੰ ਛੱਡ ਕੇ, ਮਿਸਾਲ ਦੇ ਤੌਰ ਤੇ ਇੱਕ ਇੰਜੀਨੀਅਰ ਹੈ, ਉਹ ਆਪਣੀ ਇੰਜੀਨੀਅਰਿੰਗ ਦੀ ਫੀਲਡ ਨੂੰ ਛੱਡ ਕੇ ਤੇ ਉਹ ਜਨਾਬ ਦੀਨ ਤੇ ਗੱਲ ਕਰ ਰਿਹਾ। ਇੱਕ ਬੰਦਾ ਵੇ ਉਹ ਜਨਾਬ ਪ੍ਰੋਫੈਸਰ ਹੈ, ਉਹ ਆਪਣਾ ਛੱਡ ਕੇ ਕੰਮ ਤੇ ਉਹ ਜਨਾਬ ਉਹ ਕਰ ਰਿਹਾ ਦੀਨ ਤੇ ਗੱਲ ਕਰ ਰਿਹਾ। ਇਸੇ ਤਰ੍ਹਾਂ ਉਹ ਪ੍ਰੋਫੈਸਰ ਹੂਦ ਬੋਏ ਵੇ ਜਿਹੜਾ ਕਿ ਇਲਹਾਦ ਦੀ ਫੈਕਟਰੀ ਉਹ ਬੰਦਾ
ਉਹਨੇ ਬਲੈਕ ਹੋਲ ਦੇ ਨਾਂ ਦੇ ਉਹ ਉੱਤੇ ਕਰਾਚੀ ਜਿਹੜੀ ਵਾਲਾ ਇੱਕ ਯੂਨੀਵਰਸਿਟੀ ਉਹ ਤੇ ਸਹੀ ਜੀ ਹੈ। ਕਰਾਚੀ ਵਾਲਾ, ਉਹ ਤੇ ਮੁਲਕਦਾਰ ਉਹਨੂੰ ਉਹ ਵੀ ਤੇ ਤੁਸੀਂ ਮਜ਼ਹਬ ਪੁੱਛੋਗੇ ਤਾਂ ਗੁਜ਼ਾਰ ਤੁਹਾਨੂੰ ਕਹੇਗਾ ਯਾਰ ਉਹ ਤੁਸੀਂ, ਮੈਂ ਤੁਹਾਨੂੰ ਕਹਿੰਦਾ ਤੁਸੀਂ ਉਹਦੇ ਬਿਆਨਾਂ ਸੁਣੋ, ਕਹਿੰਦਾ ਮੈਂ ਉਹ ਅੱਲਾਹ ਤੇ ਗੱਲਾਂ ਕਰ ਰਿਹਾ ਹੁੰਦਾ, ਦੀਨ ਇਸਲਾਮ ਤੇ ਗੱਲਾਂ ਕਰ ਰਿਹਾ ਹੁੰਦਾ। ਉਹ ਅੱਗੋਂ ਉਹਦੇ ਜਿਹੜੇ ਸਟੂਡੈਂਟ ਨੇ ਜਿਨ੍ਹਾਂ ਚੋਂ ਕਿ ਇਕਬਾਲ ਅਵੈਸ ਹੈਗਾ ਵੇ, ਔਰ ਦੀਗਰ ਵੀ ਉਹਦੇ ਬਹੁਤ ਸਾਰੇ ਸਟੂਡੈਂਟ ਜਿਹੜੇ ਇਸ ਟਾਈਮ ਮੁਲਹਿਦਾਂ ਦੇ ਨਾਲ ਰਲ ਕੇ ਤੇ ਇਸਲਾਮ ਦੇ ਖਿਲਾਫ ਕੰਮ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ, ਜਿਹੜੇ ਕਿ ਉਹਦੇ ਸਟੂਡੈਂਟ ਨੇ। ਐਸੇ ਤਰ੍ਹਾਂ ਹੀ ਮਾਜ਼ਰਤ ਦੇ ਨਾਲ ਇਹ ਜਿਹੜਾ ਬੰਦਾ ਵੇ, ਇਹ ਮੈਂ ਕੋਸ਼ਿਸ਼ ਹੈ ਕਰ ਰਿਹਾ ਵੇ ਕਿ ਮੁਸਲਮਾਨਾਂ ਦੇ ਅੰਦਰ ਉਹ ਅਕਾਇਦ ਆ ਜਾਣ ਕਿ ਜਿਹੜੇ ਅਕਾਇਦ ਕਿ ਮੁਸਲਮਾਨਾਂ ਦੇ 1400 ਸਾਲ ਤੋਂ ਹੈ ਹੀ ਨਹੀਂ ਸਨ। ਮਿਸਾਲ ਦੇ ਤੌਰ ਤੇ ਉਹ ਕਹਿ ਰਿਹਾ ਕਿ ਬਈ यारी क्या अच्छा, ये ना कुछ दोस्त काजमी साहब कह रहे हैं कि आप उर्दू में गुफ्तगू करें, तो मैं भी फिर कोशिश करता हूँ उर्दू में गुफ्तगू करता हूँ। यार वैसे इसकी कोई ज़रूरत तो नहीं थी काशिफ भाई, लेकिन चले अब आप कह रहे हैं तो उर्दू में कर लेते हैं गुफ्तगू। अच्छा काजमी भाई, बात इस तरह से है कि हमें ज़ाती दुश्मनी किसी के साथ भी नहीं है। अगर हमें किसी से अगर नफ़रत है तो वो अल्लाह और अल्लाह के रसूल के लिए है, और अगर मोहब्बत है ना तो अल्लाह को अल्लाह के रसूल के लिए हमें मोहब्बत है। आज एक बंदा उठता है जो बंदा के कुरान पाक नाजरा भी ऊपर से देख के नहीं पढ़ सकता, और ख़ुद वो मोहताज है तर्जमे वाली किताबों का मोहताज है। वो अगर उसके सामने तर्जमे वाली किताबें उठा ली जाए ना तो वो एक इबारत का तर्जमा खुद नहीं कर सकता। वो बंदा उठ के तो ये कह रहा है कि 1200 साल 1300 साल के अंदर जितने भी लोग गुजरे हैं ना वो सारे झूठे थे, कज़ाब थे। मैं अब 1200 साल के बाद आया हूँ और नबी पाक सल्लल्लाहु अलैहि वसल्लम ने मेरे बारे में ये कहा था कि एक वक्त आएगा कुर्बे क़यामत जब दीन दोबारा से जो है ना वो कायम होगा, और वो मेरे बारे में नबी अलैहिस्सलाम ने फरमाया था। मजलिस नंबर 56 इल्मी और तहकीकी मजलिस नंबर 56 के अंदर ये बात इस बंदे ने की है, 1 घंटा और 40 मिनट के बाद। मजलिस नंबर 56 इल्मी और तहकीकी मजलिस, और 1 घंटा 40 मिनट के बाद जाके इसने ये बात की है। उसने कहा है कि 1200 साल, उससे पूछा अली उल हसन नकवी ने पूछा कि मिर्ज़ा नहीं, अली उल हसन नकवी नहीं, वो दूसरा एक कहता है मिर्ज़ा साहब ये करन क्या है? तो मिर्ज़ा साहब कहते हैं जी करन ज़माने को कहते हैं, और नबी अलैहिस्सलाम ने फरमाया कि सबसे बेहतरीन मेरा ज़माना है, उसके बाद सहाबा का ज़माना है, उसके बाद ताबईन का ज़माना है, उसके बाद झूठे लोग पैदा होंगे। तो फिर मिर्ज़ा साहब ने खुद ही अपने पास से सवाल एक कायम किया कि जी फिर लोग पूछते हैं कि जी वो जो 1200 साल के लोग हैं वो किधर गए? तो मिर्ज़ा साहब कहते हैं वो हदीस के अंदर तो आ गया उनके बारे में कि 1200 साल के लोग झूठे पैदा होंगे। अच्छा जी, फिर मिर्ज़ा साहब अपने पास से फिर एक और सवाल उठाया कि फिर पूछते जी मिर्ज़ा साहब आपका जिक्र कहाँ है इसके अंदर? तो मिर्ज़ा साहब कहते हैं वो बुखारी मुस्लिम के अंदर रवायतें जो मौजूद हैं कि कुर्बे क़यामत जो है वो दीन अला मिनहाजुन नबुव्वत दोबारा कायम होगा, खिलाफत अला मिनहाजुन नबुव्वत दोबारा कायम होगी। तो वो कहता है वो मेरे बारे में है, कह रहा है हमने लोगों को कुरान और हदीस के साथ जोड़ा है। तो वो तो अपने आप को इमाम मेहदी भी कह रहा है। ये सारी हदीसें जो है ये इमाम मेहदी के बारे में नबी अलैहिस्सलाम ने फरमाई। ये हदीस तो इमाम मेहदी अलैहिस्सलाम के बारे में है ना, वो उसने खुद अपने पे फिट की है ना, वो उसने अपने आप पे फिट की है ना उसने। अब मुझे बताएं कि एक बंदा नबूवत का दावा भी कर रहा है, इमाम मेहदी होने का दावा भी कर रहा है, छोड़ देंगे? नहीं ना छोड़ते काज़मी साहब। देखिए मेरी बात सुने, एक आमी आदमी है ना, आमी आदमी, आम आदमी जिसको कि कुरान पढ़ना भी नहीं आता, अब उसे क्या पता कि ये जो गुफ्तगू कर रहा है इसका आउटकम क्या होगा, इसका रिजल्ट क्या होगा। अब मैं आपको मिसाल देता हूँ। मिर्ज़ा कादियानी ने जब पहली किताब लिखनी शुरू की ना, बराहीन अहमदिया के नाम से उसने पहली किताब जब लिखनी शुरू की, तो उसका पहला दूसरा रसाला मेरे ख्याल से जब आया ना, तो एक आलिम साहब थे अलामा गुलाम रसूल दस्तगीर कसूरी साहब, मेरे ख्याल से उनका नाम था, मुझे सही नाम उनका याद नहीं, तकरीबन यही नाम था उनका। चलो उन्होंने इसके ऊपर कुफर का फतवा दे दिया। सारे उलमा इकट्ठे हो गए उनके पास चले गए, अलामा कसूरी साहब के पास। उन्होंने कहा अलामा साहब आपने इसके ऊपर कुफर का फतवा दे दिया। उसने कहा उसकी इबारतों से बिल्कुल जाहिर है कि ये बंदा जो है ये बंदा नबूवत का दावा कर रहा है, ये इमाम मेहदी होने का दावा कर रहा है, इस वजह से उसके ऊपर कुफर का फतवा दिया है। तो लोगों ने उन्हें मना किया कि नहीं अलामा साहब ये आपने बड़ी सख्ती की है, आपने इसके ऊपर कुफर का फतवा दे दिया सीधा ही। नहीं माने उस वक्त। बाद में फिर जाके जब उस बंदे ने
ایک غلطی کا ازالہ کتاب اس نے لکھی، اس کے اندر اس نے واضح طور پہ جب اس نے نبوت کا دعویٰ کر دیا تو پھر وہ سارے علماء جو ہے نا وہ اس کے خلاف ہوئے، اور اس کے خلاف پھر انہوں نے محاذ کھولا، اور پھر اس کے اوپر کفر کا فتویٰ جو ہے وہ تمام علماء نے پھر دیا۔ اسی طرح سے یہ مرزا جونیئر جیلمی جو ہے اس کے اوپر میری بات سنیں، میرا کوئی دشمن تو نہیں ہے، میرا کیا لے کے کھا رہا ہے، میرا کچھ لے کے کھا رہا ہے؟ یا آج تک یہ 10 سال میں میرا کیا بگاڑا ہے اس نے؟ یا کسی کوئی دربار بند ہوا ہے اس کی وجہ سے، کوئی مسجد ایک بند ہوئی ہو، کوئی مدرسہ ایک بند ہوا ہو، کوئی ایک عالم جو ہے وہ جناب اس کی روٹی روزی بند ہو گئی ہو پوری دنیا کے اندر، ہمیں کوئی فرق نہیں پڑا۔ لیکن نئی نسل 14 سال کے 15 سال کے بچے جن کو دین کا علم ہی نہیں ہے، وہ اس کو جناب یہ سمجھ رہے ہیں کہ یہ عقل کل ہے، اس کے بعد دنیا کا جتنا علم ہے کسی کے پاس بھی نہیں ہے۔ اب ایک عامی آدمی بیچارہ وہ تو یہی سمجھے گا اس کی تیز زبان کی وجہ سے۔ میں اس کو سنتا ہوں لیکن مجھے پتا ہے وہ بعض باتوں میں بڑا کچا ہے۔ بعض باتوں میں نہیں کاظمی صاحب، میں آپ کو دعوے کے ساتھ کہتا ہوں آپ اس کی کوئی ایک ویڈیو اٹھا کے لے آئیں، حالانکہ میں کوئی عالم نہیں ہوں، لیکن میں آپ کو اس کی ہر ویڈیو میں سے اگر میں آپ کو اس کو دجل بیانیہ نام میں دکھاؤں تو میرا نام بدل دیجیے گا آپ۔ اس کی وجہ یہ ہے کہ بھئی ہم نے علماء کو سنا ہے، ہم نے کتابوں کا تھوڑا بہت مطالعہ کیا ہے، ٹھیک ہے جی، ہم نے تفاسیر کا مطالعہ کیا ہے۔ اب وہ بندہ کیا کہتا ہے؟ وہ کہتا ہے جی آپ اپنی امام اپنے پاس رکھیں، حالانکہ پہلے کیا کہتا تھا؟ 10 سال پہلے کیا کہتا تھا؟ کہتا تھا جی ہم نے اپنے سلف سے ہٹ کے کوئی عقیدہ نہیں بیان کرنا، ہم نے جو عقیدہ بیان کرنا وہ اپنے سلف سے بیان کرنا ہے۔ اب اس کا تازہ بیان 2023 میں کیا ہے؟ وہ کہتا ہے جناب اپنے امام اپنے پاس رکھو، ہمیں اماموں کی کہانیاں نہ سناؤ۔ یعنی اس کے کہنے کا مطلب یہ ہے کہ جو دین اماموں کے ذریعے ہم تک پہنچا ہے نا وہ سارا غلط ہے، وہ سارے غلط ہو گیا۔ جو دین اس کو سمجھ آیا ہے وہ 1200 سال میں کسی کو سمجھ نہیں آیا۔ اب نبی علیہ السلام تو فرماتے ہیں کہ بھئی قرب قیامت ایسے لوگ آئیں گے جو اپنے اسلاف کو گالیاں دیں گے، اپنے اکابر کو گالیاں دیں گے، اور لوگ جاہلوں کو اپنا امام بنا لیں گے، ان سے فتوے لیں گے، اور وہ خود بھی گمراہ ہوں گے اور لوگوں کو بھی گمراہ کریں گے۔ یہ نبی علیہ السلام کی حدیث مبارک ہے۔ صحیح ہے، ہاں یہ اب ایک بندہ جس نے فقہ نہیں پڑھی ہوئی، ایک بندہ جس نے فقہ نہیں پڑھی ہوئی، کاظمی صاحب فقہ اس نے پڑھی ہی نہیں، اس میں علم الکلام نہیں پڑھا ہوا، علم الحدیث نہیں پڑھا ہوا، اس کو اسماء و رجال کا علم نہیں آتا، ٹھیک ہے جی، اور بہت سارے یار علوم ہیں جو کہ آپ کو مسائل کا استنباط کرنے کے لیے ان علوم کا ہونا آپ کے لیے بہت ضروری ہے، پھر جا کے تو مسائل کا استنباط آپ کر سکتے ہیں۔ اب ایک بندہ اٹھتا ہے وہ ترجمے والی کتابیں پڑھ کے تو کہتا ہے میں دنیا کا سب سے بڑا عالم بن گیا ہوں میں، اور بعض اوقات اس نے یہ بھی کیا ہے کہ غلط ترجمے، اگر کسی نے غلط ترجمہ کیا ہوا ہے نا، اس نے ایز اٹ از ہی وہ ترجمہ حدیث کا پیش کر دیا اس نے، حالانکہ وہ ترجمہ غلط ہوا ہے۔ جب ایک بندہ اعتماد ہی، اب میں اس وقت مثال مجھے یاد نہیں ہے، ویسے اس نے خود تو خیر بہت سارے ڈنڈیاں ماری ہیں نا، جیسے کہ اس نے مسند احمد کی ایک روایت تھی جس میں اس نے کیا تھا کہ حضرت اماں عائشہ کو نبی پاک صلی اللہ علیہ وسلم نے کہا تھا کہ وہ ظالم ہوگی، اور اس کے بعد حضرت علی نے کہا تھا کہ جناب اماں عائشہ آپ نے میرے ظلم تو کر لیا ہے تو لیکن آپ میری ماں ہے اس لیے میں آپ کو واپس چھوڑ کے آپ کو میں واپس بھیج رہا ہوں۔ اب یہ تو اس روایت کے اندر بالکل یہ اس نے ساری بات اپنے پاس سے کڑی ہے، یہ اس روایت کے اندر ہے ہی نہیں، سرے سے یہ بات ہی نہیں لکھی ہوئی اس کے اندر۔ اس طرح اور بڑی بہت ساری ٹرینڈنگ ہیں، جس طرح سے اس نے ایک جھوٹ بولا کہ جناب وہ نبی پاک صلی اللہ علیہ وسلم نے حضرت عائشہ سے کہا کہ تم جو ہے نا وہ یوسف والی ہو، حالانکہ نبی علیہ السلام نے حضرت عائشہ سے نہیں کہی یہ بات، بخاری کا نام لیا اس نے۔ ابھی اس نے بخاری مسلم جب نبی علیہ السلام نے کہا تھا نا، میں بھی نا کچھ دن پہلے سن رہا تھا کوئی عالم بیان کر رہے تھے جی وہ تو ازواج کا ہی نام لے رہے تھے، ازواج ہیں اس کے اندر لیکن حضرت عائشہ کا نام نہیں ہے نا وہاں۔ چلو لیکن ازواج کا نام نہیں، حضرت عائشہ کا نام کیوں لیا؟ کسی اور اماں کا نام کیوں نہیں لیا؟ حضرت عائشہ کا نام اس کی زبان پہ کیوں آیا ہے؟ تو یہ مسند احمد کی بھی جو روایت ہے، مسند احمد کے اندر بھی جو اس نے الفاظ اپنے پاس سے حضرت عائشہ کے لیے جوڑے ہیں، پھر اس نے حضرت عائشہ کو اس نے خارجیہ کہا، اس نے حضرت عائشہ کو باغیہ کہا، حضرت عائشہ کو ظالمہ کہا،
اب مجھے بتائیں کہ میں آپ کے نظریات یا عقائد اس کی بات نہیں کر رہا، اہل سنت کی بات کر رہا ہوں. اہل سنت کے اندر تو وہ بندہ کافر ہے جو بندہ حضرت عائشہ کے بارے میں ایسے کلمات اپنی زبان سے نکالے. اہل سنت کے نزدیک تو وہ کافر ہے، وہ بندہ دار اسلام سے خارج ہے، کیونکہ قرآن نے ان کو مومنوں کی ماں کہا ہے. قرآن نے تو یہ کہ ہماری ذاتی دشمنی کسی کے ساتھ بھی نہیں ہے. دیکھیں کلمہ ہم نے نبی پاک صلی اللہ علیہ وآلہ وسلم کا پڑھا ہوا ہے، ٹھیک ہے نا جی. تو ہمارے تک جو دین پہنچا ہے نا وہ ہمارے اکابرین کے تھرو پہنچا ہے، ہمارے پہ وہی تو نہیں ہوئی. نہ ہی ہماری نبی علیہ السلام سے ملاقات ہے، نہ ہماری صحابہ کرام سے ملاقات ہے، نہ ہماری تابعین سے ملاقات ہے، نہ تبع تابعین سے ہماری ملاقات ہے. ہمارے ذریعے ہم تک جو دین پہنچا ہے اور اپنی اصل حالت میں پہنچا ہے وہ تو ہمارے ائمہ کی مہربانی ہے. امام بخاری ہیں، امام مسلم ہیں، یہ دیگر اور بھی جتنی بھی کتب لکھی گئی ہیں. پھر اس کے بعد 500 سال 600 سال کے بعد آنے والے جو وہ ائمہ ہیں جنہوں نے اسماء و رجال کی کتابیں لکھی ہیں. اگر ہم یہ کہتے ہیں جی اپنے امام اپنے پاس رکھو تو پھر جرح و تعدیل تو فارغ ہو گئی. جرح و تعدیل اسماء و رجال کا علم تو فارغ ہو گیا نا. پھر جب آپ کہہ رہے ہیں کہ اپنے ائمہ کو پاس رکھیں، ائمہ کے فتاوی ہم نہیں مانتے، ائمہ کی بات ہم نہیں مانتے، تو پھر ائمہ نے جو جرح و تعدیل کے جو اصول انہوں نے وضع کیے ہیں اور جن راویوں کے اوپر انہوں نے جرح کی ہے وہ تو ساری فارغ ہو گئی. پھر صحیح بات. دیکھیں یہ آپ نے تو پوری امت کو متنازع بنا دیا، آپ نے پورے دین اسلام کو متنازع بنا دیا آپ نے. اب جب آپ نے 1200 سال کے لوگوں کو جھوٹا کہہ دیا ہے تو آپ یہ کس طرح سے ثابت کریں گے کہ قرآن پاک ہمارے پاس اصل حالت میں پہنچا یا نہیں پہنچا، حدیثیں ہمارے تک صحیح حالت میں پہنچی یا نہیں پہنچی؟ کس طرح سے ثابت کریں گے آپ؟ جی قاسمی بھائی. تو آپ ان کے جو اسٹوڈنٹ بیٹھے ہیں وہاں پہ بیٹھ کے بات کریں. وبرکاتہ. قاسمی بھائی یہ تو آپ نے بڑا جرأت کا مظاہرہ کیا، آپ ہمارے پاس آ گئے ہیں. اللہ کی قسم یہ ہمارے پاس آتے ہی نہیں. تو آپ وہاں یہ چلے ہمارے جائیں، پاس وہاں آتے ہی کون سی نہیں. لڑائی جاتے ہیں کرنی ہے. ہمیں اتنی موٹی ماں بہن کی گالیاں دیتے ہیں وہ جو نہیں مجھے کسی سے کوئی مسئلہ نہیں ہے جی. میں بس ان لوگوں کے پاس نہیں جاتا جو ابیوزنگ کرتے ہیں کسی بھی میں آپ کو مسلک بتا کے رہا ہوں یہ جو ہونا مجرم علماء نام کا بندہ بیٹھا ہوا ہے، اس کا کیا نام ہے؟ یہ جو مجرم علماء جو ہے جس نے آسم، اس بندے نے ماؤں بہنوں کی ننگی گالیاں اس بندے نے دی ہیں. میں اس دن اس کی براڈ پہ گیا ہوں اور میرے ساتھ ہی اوپر نعمان بھائی بیٹھے ہوئے، یہ نعمان بھائی میرے ساتھ تھے. بلا وجہ اس نے گالیاں دی ہیں، میں اللہ کی قسم بلا وجہ بالکل. نہیں یہ تو خیر بہت ہی برا اس نے کیا. اگر اس نے ایسا کیا وہ جو رمیز ہے، رمیز کا آپ کو پتہ ہے، رمیز نیچے بیٹھا ہوا جو، اس کو ایک دن میں نے اپنی براڈ پہ بلا لیا. اس بندے نے آتے سار ہی اس بندے نے ہمارے جو یعنی کہ جو بزرگ ہستی ہیں جو ان کو اس نے گالیاں دینی شروع کر دی. شیخ عبد القادر جیلانی کو اس نے گالیاں دیں. پھر اس کے بعد ان کے درمیان ایک بندہ بیٹھتا تھا، اس کا نام تھا عمرزم کے نام سے. عمرزم کے نام. آپ شیخ عبد القادر جیلانی کو مانتے ہیں؟ وہ ہمارے بزرگ ہیں اس لیے ہم مانتے ہیں انہیں، ظاہری بات ہے. وہ مجھے مشکل نہیں ہے، آپ کسی کو بھی مانیں، آپ کی یہ اپنی مرضی ہے. جی میں بس پوچھ رہا نہیں، ہوں ہم کہ جو 12 یہ جو امام ان کی ہیں، اتنی جو 12 بڑی امام ہیں کرامتیں لکھی ہیں وہ آپ کے دماغ میں نہیں آتی. دیکھیں کرامت کاظمی صاحب بات ایسے ہے کہ کرامت ہوتی ہی وہ ہے جو دماغ میں نہ آئے. اگر وہ دماغ میں آ جائے تو پھر وہ کرامت نہیں ہے. کرامت تو کہتے ہی اس کو ہے جو کہ خارق عادت ہوتی ہے. اس کے اوپر تو باقاعدہ طور پہ ائمہ نے، بڑے بڑے ائمہ نے اس کے نہیں اوپر باب چھلانگ باندھی اپنی لگا کتابوں کے کے اندر. سورج کے اندر چلے جانا، دیکھیں میری بات اس سے سنیں کیا کاظمی فائدہ؟ صاحب، میری بات سنیں. فائدہ تو وہ دیکھیں نا، ملکہ کا جو تخت بلایا تھا حضرت سلیمان علیہ السلام نے، اس کا کیا فائدہ تھا؟ حضرت سلیمان علیہ السلام نے جو اپنے صحابی سے انہوں نے تخت منگوایا تھا، اس کا کیا فائدہ تھا؟ وہ نہ آتا یا 2 مہینے بعد آ جاتا، 2-3 مہینے کے بعد آ جاتا، کوئی بات نہیں، پھر کیا فرق پڑنا تھا؟ یہ حضرت سلیمان علیہ السلام نے خود منگایا تھا یا کسی اصحابی سے منگوایا تھا؟ نہیں، انہوں نے کسی صحابی سے منگوایا تھا اور خود منگوایا تھا نا کہہ کے. نہیں میں ایک دن قاری نہیں ڈار صاحب ہیں دبئی ابو جی ظبی، جی جی میری ان سے ملاقات بھی ہوتی رہتی ہے، تو وہ ان سے میں ایک دن سنا تھا، وہ کہہ رہے تھے کہ انہوں نے خود منگایا تھا. میں یہی تو کہہ رہا ہوں، خود منگوایا تھا، یہی میں کہہ رہا ہوں.
चलो जी, आप मानते हैं तो 100 बिस्मिल्लाह, आप माने, कोई मुश्किल नहीं। देखिए आसिफ भाई, करामतें ना मानना, काज़मी साहब देखिए मेरी बात सुने। करामतें, अब मैं किस तरह से ये फैसला करूंगा कि ये करामत दुरुस्त है और ये दुरुस्त नहीं है? किस तरह अच्छा, से मैं आप फैसला ना करूंगा? कि, मेरे पास कोई जी। किसी दिन ना, आपका नाम क्या, अबू अबू हसन, हसन जी। जिस दिन मैं वहां बैठा हूं ना, तो आप आइएगा। अगर मेरे सामने उन्होंने कोई आपके साथ अब्यूज किया ना, या कोई मिसबिहेव किया, आप एक तो मैं काम करें, आपके साथ एक ही काम मैं वहां से आपके ज़िम्मे लगाऊं, निकलूंगा। आपके ज़िम्मे एक काम हाँ, लगाऊं मैं। बोले बोले। आप खुद बराड़ लगाएं, आप उसके एडमिन होंगे और कोई एडमिन नहीं होगा। आप बराड़ लगाएं, ओके। उनमें से जो बंदा ये समझता है ना कि उनमें से सबसे बड़ा इल्मी किताबी है कोई, जो भी है, हम्म चाहे वो किबरिया भट्ट है, चाहे ये आसम है, चाहे वो बाबा के नाम से एक बैठा होता है, क्या पता नहीं क्या नाम है, बाबा जी के नाम से शायद बैठा होता है, वो है, जो भी वही उनमें है, से समझते आसम ही हैं ना है कि, बाबा जी। जो भी है ना, जो समझता है ना कि मैं बहुत बड़ा आलिम हूँ, उसको आप साथ ले आए। दो बंदे वो आ जाएं, या एक बंदे ने आना है, एक ने आ जाए। इधर से एक या दो बंदे हमारी तरफ से होंगे, एक या दो बंदे उनकी तरफ से होंगे। तो ये आपको इस तरह का और सिलसिला मुश्किल हमारा नहीं, करवा बस सकते हैं। आप लोग गालम गलोच ना करें, तो और एक मोहतरम दूसरे हमारे की पास, बात को तमल से सुने। देखिए मेरी बात सुने, मुफ्ती मुबशर शाह साहब की जो टीम है ना, मुफ्ती मुबशर शाह साहब की जो टीम है, उस टीम के अंदर कोई बंदा भी गालियां देने वाला नहीं है। मुझे बताएं कि आप अगर मैं मुफ्ती आपको गाली आप दूंगा। आप मुफ्ती मुफ्ती साहब के फॉलोअर हैं, जो मुफ्ती जी बशर जी, साहब हैं, जो उनके कादियानियत के स्टूडेंट हैं हम, खिलाफ हाँ बड़ा जी। जबरदस्त काम जी कर जी रहे जी हैं। जी 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 जी, उनके स्टूडेंट हैं अच्छा हम। अच्छा 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 अच्छा। काजमी साहब, अगर मैं आपको गाली दूंगा, अगर आप मुझे वापस से मेरी माँ बहन को गाली देंगे, तो क्या मैं ये बर्दाश्त करूंगा कि कोई बंदा मेरी माँ बहन को गाली दे? नहीं, तो इसलिए मैं गाली नहीं दे गैरतमंद सकता। आदमी मेरा किसी को ज़मीर, गाली नहीं देता, उसको पता है फिर मेरा बदले ये में मुझे ज़मीर भी मिलेगा। मेरा ज़मीर ये गाली नहीं कर दे, जो मुझे इजाज़त नहीं देता कि मैं अपनी माँ बहन को गालियाँ दिलवाऊँ। मेरा ज़मीर मुझे नहीं ये इजाज़त देता। नहीं, फिर तो अच्छी बात है भाईजान, अगर आप इल्मी बात करना चाहते हैं तो ये तो सही है। ये इख्तलाफ तो आप रहमत है, इतनी देर से अब हमारे साथ ये बैठे तो हैं रहमत है माशाल्लाह, तकरीबन 15-20 मिनट से। तो हमने तो जी। एक जुमला भी इस तरह का अदा किया हो, और मैंने सबको आते मना कर दिया है कि इनमें से किसी ने भी नहीं बीच में बोलना है। सही है। तो ये गुफ्तगू का तरीकाकार होता है कि कोई बंदा जब आता है बात करने के लिए, उसे आसान अंदाज में। अच्छा, वो जो मैं आपको उमर इज़म की बात बता रहा था, उमर इज़म ने बिल्कुल फोहश गालियां दी हैं किनको? शेख अब्दुल कादिर जिलानी रहमतुल्लाह अलैह को, फोहश गालियां। अच्छा, और ये उस ना वक्त का ना, वो बंदा गायब हुआ मैं हुआ है। ये जी। देखता हूँ, ये जो अब्यूज़र है ना, इनका अपना एक लेवल है। वो एक ब्राड है, वहाँ पे इमाम अली को, इमाम हसन, इमाम हुसैन और जनाब फातिमा को गालियाँ देते हैं। एक दो तीन बराडे हैं वहाँ पर, शेखैन को गालियाँ दी जाती हैं, इवन के वो अम्मा आयशा का नाम लेकर गालियाँ देते हैं। अच्छा, काज़मी साहब, आसिफ भाई, तो, पहले तो अस्सलाम वालेकुम वरहमतुल्लाहि वबरकातुहू। मैं थोड़ा वालेकुम सा अस्सलाम। काज़मी साहब से कोई बात कर लूँ, थोड़ी सी अगर इजाज़त दे तो। बस जी जो जी, बात बोलिए। करनी है अखलाक के दायरे में करनी है, कोई बात अखलाक जी से जी हट के नहीं जी, करनी। आप बेहतरीन। करें बात, कोई बात नहीं। जी जी, आसिफ भाई ठीक हूँ। काज़मी साहब, बात भला क्या है, ये दोनों जो से कल्ट है ना, एक तरफ सहाबा इकराम को और दूसरी तरफ अहले बैत को गालियाँ निकालने वाले दोनों कल्ट, ये दोनों कल्ट जब मुफ्ती साहब इधर आए थे ना टिकटॉक पर नए नए, ये दोनों जो से कल्ट थे ना, ये मुनाजरे एज ए मिर्ज़ा जूनियर जेरमी के फॉलोवर करके गए हैं इधर। आपको पता है इस बात का, काज़मी साहब? नहीं, मुझे अभी थोड़ा 1 महीना हुआ है इस्तेमाल करते। जी, उधर एक बैठता है, एक तैमूर, राणा तैमूर के नाम से। एक था वो जो स्पार्टन की आईडी वाला था, वो भी बैठता था। हाँ, और फिर मियाँ हमजा दूसरी भी, बात ये मियाँ है हमजा कि भी, एक मियाँ एक हमजा था भी। जी। मैं एक मिनट, मैं आहिस्ता आहिस्ता मैं बताने लगा हूँ। उसके बाद क्या होता है कि एक हमजा नाम का लड़का आता है, हमजा, जिनका अभी जिक्र किया है, मियाँ मियाँ हमजा, हमजा। ठीक है। उसके साथ एक अली मुस्लिम की आईडी आती थी। ये हाँ, वो मुनाजरा अभी भी है। करके गए हुए हैं हमारी ब्रॉड के ऊपर ना, एज ए जूनियर के फॉलोअर्स। फिर क्या हुआ, जब ये डिफेंड नहीं ना कर पाए,
آج کل یہ دونوں کلٹ کے لوگ جو سے ہیں یہ مرزا جونیئر جیلمی کو بھی گالیاں نکالتے ہیں. سمجھ گئے آپ بات کو؟ اور یہ وہی بات ہے جو مرزا جونیئر جہلمی نے لٹرلی ہو سکے تو آصف بھائی آپ کو سنا دیں گے. وہ جو اس نے انکشاف کہہ لیں یا پیشن گوئی کہہ لیں مرزا جونیئر جہلمی نے جو اپنے فالورز کے بارے میں کی تھی نا، وہ یہ کی تھی ابھی لٹرلی، زیادہ دیر نہیں ہوئی ہے، زیادہ سے زیادہ کو 3-4 ماہ ہوئے ہوں گے. اس نے اتنا خطرناک جملہ اپنے سٹوڈنٹس کے لیے کیا ہے. کہتا ہے کہ جو ینگ جنریشن ہے نا، جو ینگ جنریشن ہے وہ یا تو علمی کتابی یعنی کہ مجھے مانے گی، یا پھر وہ دین اسلام سے ہی برگزیدہ ہو جائے گی، ایتھیسٹ ہو جائیں گے، یا وہ ملحد ہو جائیں گے، لیکن باقی وہ کسی مسلک یا فرقے تانوں نظر نہیں جی آنے ہیں. یہ میں نا بات اس نے، آپ کا نام کیا لکھا ہے جی؟ میرا نام تیمور ہے، ارائی، میاں تیمور تیمور ارائی. جی. اچھا یہ تیمور بھائی، یہ میں نا آپ کی اس بات سے اتفاق کرتا ہوں کہ میں آج کل نا ان کی باتوں میں دیکھتا ہوں ذرا سا نا تکبر آ رہا ہے ان کو نا، اس ذرا بات سا کا نہیں بڑا. کاظمی بھائی، ذرا سا نہیں ہے، ذرا سا نہیں ہے. میں ایک بات آپ کو بتا دوں کہ کوئی بھی عالم دین ہے نا، کوئی بھی عالم دین جو آج کے دور کا عالم دین ہے، جس کے سینے میں اللہ اور اس کے رسول کا کوئی تھوڑا بہت کتب کا کوئی مطالعہ بھی جنہوں نے کیا ہوا ہے نا، بلا وہ دوسرے مسلک سے ہی تعلق رکھتے ہوں، لیکن 1000 بار سوچتا ہے بندہ ان کو بات کرنے کے لیے. اور میں خدا کی قسم کبھی کبھار ان کو دیکھ کرنا صرف اتنی بات سوچتا ہوں، یار ان کے دل کتنے ظالم ہوں گے. پھر نسائی شریف کی وہ حدیث یاد آتی ہے کہ ان کی زبان شرینی سے بھی میٹھی اور دل بیڑیے سے زیادہ ظالم ہے ان لوگوں کا. اور یقین مانے یہ کیسے یہ جملے ان ہستیوں کے بارے میں، اور ایسی ریکارڈنگز ہیں میرے پاس کہ میں خدا کی قسم 2 تو ایسی ریکارڈنگز تھی جو میں نے ڈیلیٹ کر دی، ریکارڈنگ کر کے ڈیلیٹ کر دی کہ یار نہیں، یہ میں نہیں کسی کو بتاؤں گا، کسی کو سینڈ نہیں کروں گا. جرت نہیں ہوئی جن ہستیوں کا نام لے کر یہ گالیاں دے رہے تھے، یقین مانے. اور کاظمی صاحب یہ میں نے اپنے کانوں ایتھیسٹ سے سنی بن ہے جی، چکے ہیں. دونوں طرف سے سنی ہے. بالکل ایسا ہی ہے، ایسے ہی. ہم نہیں کہتے کہ ایک صحیح آپ کر رہا ہے دوسرا صحیح کر رہا ہے، نہ، غلط گل ہے. کاظمی صاحب دوسری بات میں آپ کو بتا دوں، میں اس لیے آج کل تھوڑا سا کام میں بزی ہوں، اسی لیے نہیں آ رہا، لیکن یقین مانے افسوس بھلا کیا ہوتا ہے، ایک ایسا چند لوگوں کا گروہ بھی ہے، اس کو کلٹ نہیں میں کہوں گا، لیکن چند لوگوں کا نا، چند لوگوں کا کوئی 4-5 ہیں وہ، جس گروہ نے ان دونوں کی تیاری کروائی ہے بعد میں. آپ کو پتہ ہے اس بات کا کاظمی صاحب؟ نہیں. میں بتاتا ہوں آپ کو. ایک کلٹ نے نا، پھر ایک گروہ نے، چھوٹے سے گروہ نے، 4-5 لوگوں کا وہ گروہ تھا جس نے ایک کلٹ کی تیاری کروائی ہے باقاعدہ طور پر. اس کے جواب میں پھر دوسری سائیڈ پہ 2 یا 3 بندوں نے پھر تیاری کروائی ہے دوسرے کلٹ کی. ٹھیک ہے، اب میں بتاتا ہوں تیمور وہ بھائی پہلا نام گروہ کسی کا کون نہیں سا لینا، تھا. نام نہیں لینا نہیں کسی میں کا بھی. کسی کا نام تیمور نہیں بھائی لینا. نام نہیں کسی جی کا نام نہیں آصف لینا. بھائی، آپ نے میں بات کر اس دی ہے نا، لیے، بس ٹھیک ہے. ہاں جی، میں وہ انشاءاللہ تعالیٰ کاظمی صاحب اعتبار کریں گے انشاءاللہ تعالیٰ، اور ہمارے پاس جب چاہیں کاظمی صاحب ثبوت لے لیں، ہم آپ کو ثبوت بھی دیں گے، ہر چیز کی بالکل واضح دلیل دیں گے. اگر آپ نے کرنا ہے فیصلہ تو اچھے طریقے سے جا کے صرف ان بندوں کو پرسنل میں جا کے پوچھیں، بھائی یہ کام آپ کر رہے تھے، وہ آپ کو کہیں گے ہاں بھائی کر رہے تھے، اس وجہ سے کر رہے تھے. وہ پھر ڈیٹیل جانے اور آپ جانے، ہمیں اس سے کوئی غرض نہیں ہے. پھر آپ کو ساری تصویر واضح ہو جائے گی کہ یہ کیوں کر رہے ہیں اور وہ کیوں کر رہے ہیں. اب 3-4 بندوں کا گروہ وہ ایک کلٹ کی تیاری کروا رہا ہے کہ یہ لو یہ چیزیں. جی تیمور بھائی یہ جو ہے نا کاظمی بھائی، یہ ہمارے لیے یہ آسانی کر سکتے ہیں کہ یہ مرزا انجینئر کے جو ماننے والے ہیں نا، جو براڈیں اپنی لگا کے وہاں پہ گالیاں دیتے ہیں، اگر یہ ہمارے درمیان موڈریٹر کا ایک کام کر دے نا کہ یہ انہیں لے آئیں اپنی براڈ میں پہ. ان سے نا جی
हसन भाई मैं उनसे पूछता हूँ, बिल्कुल ठीक अगर है। वो इस चीज़ पे एग्री है ना, मैं उनको कहता हूँ कि वो आपकी ब्रांड पर नहीं आना चाहते, लेकिन वो आपसे इल्मी बात करेंगे, कोई गाली गलौज नहीं करेंगे। जी, लेकिन वो आप ये उसके वादा अंदर करना उसके कि अंदर जो गाली होंगे ना, गलौज नहीं करेंगे। उसके अंदर जो होंगे ना ब्राड, वो ब्राड आपकी होगी, कोई इसमें मुश्किल काम नहीं। आपको ब्राड नहीं चलानी आती, हम आपको सिखा देंगे, नहीं, मैं कोई मैं मसला नहीं। मैं चलाता हूँ अपनी ब्रांड कभी कभी। बस अच्छा ठीक है, ठीक है। हसन भाई, आसिफ भाई, एक काम और कर ले, उसमें आसानी रहेगी और लड़ाई झगड़े का खदशा भी तकरीबन 70% कम हो जाएगा। वो काजमी साहब, आप मॉडरेट करेंगे अगर, तो उसमें ये चीज़ रखें कि पहले हवाला देना है, बात बाद में करनी है, पहले हवाला, ये चीज़ लाजमी मद्देनज़र रखिएगा। अगर वो पहले बात करेंगे या किसी किस्म की वो इल्ज़ाम तराशी करेंगे, टॉन्ट करेंगे, तो हवाला फिर बीच में रह जाएगा, बात ख़त्म हो जाएगी। तो इसका बेहतर हल ये है कि पहले हवाला दे, क्या गुफ्तगू करनी है, किस बात पे गुफ्तगू करनी है। अगर वो हदबंदी भी करना चाहते हैं ना, आप तो हदबंदी भी कर आप लेते हैं, कोई उनसे ऐसा ना मसला नहीं। किस मौजू पर बात करना चाहते हैं? उनसे पूछ ले, जिस मौजू पे भी वो चाहते हैं उस मौजू पे बात कर लेंगे इंशाल्लाह ताला। आसिफ भाई तैयार है, मसलन कोई ऐसा आपको मसला नहीं आपको है। ज्यादा ज्यादा जो इख्तलाफ है वो किस पे है? वो तो हमें हमें तो हर बात पे इख्तलाफ है, हम तो हर बात पे गर्व करना चाहते हैं। आप सिर्फ उनसे नहीं, पूछ लें। वो मैं शेख बताता हैं, हूँ ना आप आपको। शेख हैं के मानने वाले हैं, वो भी उनकी इज्जत और एहतराम करते हैं, सहाबा का वो एहतराम करते हैं, अम्मा आयशा का वो एहतराम करते हैं, उनको वो मानने नहीं वाले नहीं, ये हैं। गलत टीचर बात है है, का यही तो कुरान। पूछना है ना उनसे काजमी साहब, यही तो उनसे पूछना है ना। अब जैसे मैं एक आपको मिसाल देता हूँ काजमी साहब, एक छोटी सी। एक ना पर्सनल में ना एक बंदा बात कर रहा था, वो कह रहा था कि सानू इंजीनियर ने असल तौहीद दसी है। ਤੇ ਮੈਂ ਉਹਨੂੰ ਨਾ ਇੱਕ ਵੀਡੀਓ ਸੈਂਡ ਕੀਤੀ, मैं कहा भाई केड़ी तौहीद, मिनी खुदा वाली तौहीद? कहता वो कौन सी मिनी खुदा वाली तौहीद? मैंने उसको वीडियो सेंड की है, तो वो मिनी अल्लाह दे गॉड वाली बरात कर मैं भी गया। देखी है कि जन्नत च जाके असा भी ਮੈਂ मिनी ਕਿਹਾ गॉड ਯਾਰ हो जाए। ਤੌਹੀਦ ਤੈਨੂੰ ਦਸੀਏ ਤੇ ਤੂੰ ਆ ਤੇ ਉਹ ਖੁਦਾ ਬਣਾਈ ਜਾਂਦਾ ਪਿਆ ਸਾਰਿਆਂ ਨੂੰ, ਤੇ ਹੁਣ ਆ ਤੌਹੀਦ ਕਿੱਥੇ ਗਈ? ਮੈਨੂੰ ਵੀ ਸਮਝਾ ਥੋੜੀ ਜੀ। ਤੇ ਉਹ ਗੱਲ ਖਤਮ ਹੋ ਗਈ। ਹੁਣ ਮੈਂ ਤੁਹਾਨੂੰ ਸਿਰਫ ਇੱਕ ਛੋਟਿਆ ਜੀ ਨਾ ਇੱਕ ਮਿਸਾਲ ਦਿੱਤੀ ਏ, ਤੇ ਉਹਦੇ ਹਿਸਾਬ ਦੇ ਨਾਲ ਤੁਸੀਂ ਦੇਖ ਲੈਣਾ ਕਿ ਕੀ ਲੈਵਲ ਹੋਣਾ ਚਾਹੀਦਾ ਗੁਫ਼ਤਗੂ ਦਾ, ਤੇ ਫਿਰ ਉਹ ਉਹਨੂੰ ਕਰ ਲਾਂਗੇ ਬਾਕੀ। तैमूर भी एक जुमला याद आ गया, एक जुमला याद आ गया है। काजमी भाई, अगर कोई बंदा यह कवे कि भाई नबी पैगंबर ਜਿਹੜੇ ਨੇ ਉਹ ਅੱਲਾ ਦੇ ਮੁਕਾਬਲੇ ਤੇ ਸ਼ੈ ਹੀ ਕੋਈ ਨਹੀਂ, ਕਿਉਂਕਿ ਉਹ ਆਪਣਾ ਪਿਸ਼ਾਬ ਵੀ ਨਹੀਂ ਰੋਕ ਸਕਦੇ, ਤੇ ਕਿਆ ਇਹ ਜੁਮਲਾ ਜਿਹੜਾ ਵੇ ਇਹ ਦਰੁਸਤ ਹੈਗਾ ਵੇ? ਆ ਜ਼ਰੂਰਤ ਹੈ ਨਾ, ਮਤਲਬ ਗੱਲ ਭਾਵੇਂ ਵੀ ਕਈ ਵਾਰੀ ਠੀਕ ਵੀ ਹੁੰਦੀ ਹੈ, ਲੇਕਿਨ ਉਹਨੂੰ ਕਰਨੇ ਦਾ ਅੰਦਾਜ਼ ਗਲਤ ਹੁੰਦਾ ਹੈ। ਦੇਖੋ ਜੀ, ਅੱਲਾਹ ਕਿਸੇ ਤਾਲਾ ਜੀ ਜਿਹੜਾ ਵੇ ਕੁਰਾਨ ਅੰਦਾਜ਼ ਦੇ ਵਿੱਚ ਗਲਤ ਆਪਣੇ ਹੈ। ਅੰਬੀਆ ਦੀ ਆਪਣੇ ਜਿਹੜੇ ਅੱਲਾਹ ਦੇ ਜਿਹੜੇ ਹਬੀਬ ਨੇ, ਅੱਲਾਹ ਤਾਲਾ ਦੀ ਜ਼ਾਤ ਉਹਨਾਂ ਦੀ ਸ਼ਾਨਾਂ ਬੁਲੰਦ ਕਰ ਰਿਹਾ ਹੈ। ਅੱਲਾਹ ਤਾਲਾ ਦੀ ਵਰਫਾਅਨਾ ਲਕ ਜ਼ਿਕਰਕ, ਠੀਕ ਹੈ ਜੀ, ਵਾ ਇਨ ਅੱਲਾਹ व ਮਲਾਇਕਤੁਹੂ ਯੁਸੱਲੂਨ ਅਲਾ ਨਬੀ। ਅੱਲਾਹ ਤਾਲਾ ਦੀ ਜ਼ਾਤ ਤੇ ਇਹ ਇਸ ਤਰ੍ਹਾਂ ਆਪਣੇ ਹਬੀਬ ਦੀ ਸ਼ਾਨ ਬਿਆਨ ਕਰ ਰਹੇ ਨੇ। ਤੇ ਵਲਾ ਤਰਫਾਉ ਅਸਵਾਤਕੁਮ, ਠੀਕ ਹੈ ਨਾ ਜੀ। ਅੱਲਾਹ ਤਾਲਾ ਦੀ ਜ਼ਾਤ ਕੁਰਾਨ ਪਾਕ 'ਚ ਕਹਿ ਰਹੇ ਨੇ ਆਪਣੀਆਂ ਆਵਾਜ਼ਾਂ ਨੂੰ ਵੀ ਬੁਲੰਦ ਨਾ ਕਰਿਓ, ਕਿਧਰੇ ਤੁਹਾਡੇ ਅਮਾਲ ਗਲਤ ਨਾ ਕਰ ਦਿੱਤੇ ਜਾਣ। ਤੇ ਉਹ ਪਿਆ ਕਹਿੰਦਾ ਕਿ ਨਬੀ ਪੈਗੰਬਰ ਸ਼ਾਇ ਕੋਈ ਨਹੀਂ, ਕਿਉਂਕਿ ਉਹ ਆਪਣਾ ਪਿਸ਼ਾਬ ਨਹੀਂ ਰੋਕ ਸਕਦੇ। ਤੁਸੀਂ ਦੇਖੋ ਨਾ ਕਿ ਨਹੀਂ, ਅਸੀਂ ਅੰਦਾਜ਼ ਗਲਤ ਹੈ। ਇਹ ਅੱਲਾਹ ਦਾ ਜਿਹੜਾ ਇਖਤਿਆਰ ਹੈ ਨਾ, ਅੱਲਾਹ ਆਪਣੇ ਬੰਦੇ ਦੇ ਬਾਰੇ ਕੁਝ ਵੀ ਕਹਿ ਸਕਦਾ ਹੈ। ਅੱਲਾਹ ਸਾਡਾ ਮਾਲਕ ਹੈ, ਸਾਡਾ ਖਾਲਕ ਹੈ, ਉਹ ਕੋਈ ਵੀ ਲਫ਼ਜ਼ ਸਾਡੇ ਬਾਰੇ ਇਸਤੇਮਾਲ ਕਰ ਸਕਦਾ ਹੈ। ਲੇਕਿਨ ਅਸੀਂ ਐਜ਼ ਏ ਉਮਤੀ ਤੇ ਅੱਲਾਹ ਦੇ ਬੰਦੇ, ਸਾਡਾ ਨਹੀਂ ਕੰਮ ਬਣਦਾ ਕਿ ਅਸੀਂ ਨਬੀ ਦੇ ਬਾਰੇ ਇਹ ਲਫ਼ਜ਼ ਇਸਤੇਮਾਲ ਕਰੀਏ। ਅੱਛਾ, ਮੈਂ ਸਰਕਾਰ 5 ਮਿੰਟ ਤੱਕ ਆਉਣਾ ਆ, ਉਹਨਾਂ ਨੂੰ ਮੈਂ ਪੁੱਛਣਾ ਆ, ਉਹਨਾਂ ਚੋਂ ਅਗਰ ਕੋਈ ਬੰਦਾ ਐਗਰੀ ਕਰਦਾ ਤੇ ਫਿਰ ਤੁਹਾਨੂੰ ਮੈਂ ਸਵਾਲ ਜਵਾਬ ਦੇਣਾ। ਮੈਂ ਅੱਛਾ ਤੁਸੀਂ ਕਾਜ਼ਮੀ ਬੈਠੋ, ਸਾਹਿਬ, ਮੈਂ ਤੁਸੀਂ ਆ ਚਲੇ ਜਾਇਓ, 100 ਬਿਸਮਿਲ੍ਲਾ, 100 ਵਾਰੀ ਆਇਓ, 100 ਵਾਰੀ ਜਾਇਓ। ਮੈਨੂੰ ਇੱਕ ਸਵਾਲ ਦਾ ਛੋਟਾ ਜਿਹਾ ਜਵਾਬ ਤੇ ਦੇ ਜਿਓ। ਅਗਰ ਕੋਈ ਬੰਦਾ ਇੱਕ ਮਿੱਟੀ ਦਾ ਬੁੱਤ ਬਣਾਵੇ ਜਾਂ ਚਾਂਦੀ ਦਾ ਬਣਾਵੇ ਜਾਂ ਸੋਨੇ ਦਾ ਬਣਾਵੇ ਬੁੱਤ, ਤੇ ਉਹਦੇ ਹੱਲ ਨੂੰ ਮਿੱਟੀ ਸੁੱਟੇ, ਤੇ ਉਹ ਸੱਚੀ ਮੁੱਚੀ ਬੋਲਣ ਲੱਗ ਪਵੇ, ਉਹ ਬੁੱਤ, ਉਹ ਜਾਨਵਰ ਸਹੀ ਹਰਕਤ ਕਰਨ ਲੱਗ ਪਵੇ, ਕਿਆ ਇਹ ਪੋਸੀਬਲ ਹੈ? ਇਹ ਸਾਮਰੀ ਨੇ ਇਸ ਤਰ੍ਹਾਂ ਕੀਤਾ ਸੀ ਨਾ? ਸਾਮਰੀ ਮੁਸਲਮਾਨ ਸੀ? ਨਹੀਂ, ਸਾਮਰੀ ਜਾਦੂਗਰ ਸੀ। ਸਾਮਰੀ ਕੀ ਸੀ?
ਉਹ ਉਸ ਵਕਤ ਤੇ ਮੇਰਾ ਜਿੱਥੇ ਤੱਕ ਮੈਨੂੰ ਕੋਈ ਜ਼ਿਆਦਾ ਨਹੀਂ ਪਤਾ, ਪਰ ਮੇਰਾ ਖਿਆਲ ਹੈ ਉਹ ਮੂਸਾ ਅਲੈਹਿਸਲਾਮ ਦੇ ਭਾਵੇਂ ਉਹ ਅੰਦਰੋਂ ਮੁਨਾਫਿਕ ਹੀ ਸੀ, ਉਸ ਵੇਲੇ ਉਹਨਾਂ ਤੇ ਉਹ ਈਮਾਨ ਉਤੋਂ ਰੱਖਦਾ ਸੀ, ਭਾਵੇਂ ਵਿੱਚੋਂ ਖੁਦਾ ਜਾਣਦਾ ਮੁਨਾਫਿਕ ਹੀ ਹੋਵੇ ਨਹੀਂ ਤਾਂ ਨਹੀਂ, ਉਹ ਬੁੱਤ 'ਚ ਜਿਹੜੀ ਜਾਨ ਪਈ ਸੀ ਉਹ ਈਮਾਨ ਰੱਖਣ ਦੀ ਵਜ੍ਹਾ ਤੋਂ ਪਈ ਸੀ ਕਿ ਜਾਦੂ ਟੂਣੇ ਦੀ ਵਜ੍ਹਾ ਤੋਂ ਪਈ ਸੀ? ਯਾਰ ਤੁਸੀਂ ਮੈਨੂੰ ਨਾ ਫਸਾਇਓ ਨਾ, ਕਿਉਂ ਮੈਨੂੰ ਇਹਨਾਂ ਗੱਲਾਂ ਦੇ ਬਾਰੇ ਨਹੀਂ, ਮੇਰਾ ਤੇ ਖਿਆਲ ਹੈ ਜਾਦੂ ਦੀ ਵਜ੍ਹਾ ਤੋਂ। ਆ ਚਲੋ ਇੱਕ ਹੋਰ ਗੱਲ ਦੱਸ ਦਿਓ, ਚਲੋ ਛੱਡੋ ਪਰ ਇਹਨੂੰ ਸਾਈਡ ਤੇ ਕਰ ਦਿਓ। ਉਹ ਕੀ ਨਾਮ ਉਹਦਾ, ਕੋਈ ਰੱਸੀ ਸੁੱਟੇ ਤੇ ਉਹ ਸੱਪ ਬਣ ਜਾਵੇ, ਇਹ ਵੀ ਹੋ ਸਕਦਾ ਕਿ ਨਹੀਂ ਹੋ ਸਕਦਾ? ਇਹ ਤੇ ਕੁਰਾਨ 'ਚ ਹੈ ਨਾ ਕਿ ਉਹਨਾਂ ਨੇ ਰੱਸੀਆਂ ਸੱਟੀਆਂ ਤੇ ਉਹ ਲੋਕਾਂ ਦੀਆਂ ਅੱਖਾਂ ਵਿੱਚ ਇੰਜ ਨਜ਼ਰ ਆਉਣ ਲੱਗ ਪਏ ਜਿਵੇਂ ਸੱਪ ਨੇ। ਨਹੀਂ, ਲੋਕਾਂ ਦੀਆਂ ਅੱਖਾਂ 'ਚ ਨਹੀਂ, ਉਹ ਤੇ ਕੁਰਾਨ ਕਹਿੰਦਾ ਏ, ਕੁਰਾਨ ਫਰਮਾਂਦਾ ਏ ਕਿ ਰੱਸੀਆਂ ਸੁੱਟੀਆਂ ਅੱਗੇ ਤੇ ਉਹ ਸੱਚੀ ਮੁੱਚੀ ਦੇ ਸੱਪ ਬਣ ਗਏ, ਸੱਚੀ ਮੁੱਚੀ ਦੇ। ਤੇ ਫਿਰ ਹਜ਼ਰਤ ਮੂਸਾ ਅਲੈਹਿਸ ਸਲਾਮ ਨੇ ਆਪਣਾ ਅਸਾ ਸੁੱਟਿਆ ਤੇ ਉਹ ਅਜ਼ਦਹਾ ਬਣ ਕੇ ਉਹਨਾਂ ਸੱਪਾਂ ਨੂੰ ਖਾ ਵੀ ਗਿਆ। ਇਹ ਨਜ਼ਰ ਦਾ ਕਮਾਲ ਨਹੀਂ ਸੀ ਹੈਗਾ। ਇੱਥੋਂ ਜਿਹੜਾ ਉਲਮਾ ਫਹਿਮ ਲੈਂਦੇ ਨੇ ਨਾ, ਮੈਂ ਇਹਦੇ ਬਾਰੇ ਮੈਂ ਗੱਲ ਇੱਕ ਦਿਨ ਸੁਣੀ ਹੈ, ਉਹ ਇਹ ਫਹਿਮ ਲੈਂਦੇ ਨੇ ਕਿ ਮੂਸਾ ਅਲੈਹਿਸਲਾਮ ਨੇ ਜਿਹੜਾ ਅਸਾ ਸੱਟਿਆ ਨਾ ਉਹ ਦੂਜਿਆਂ ਨੂੰ ਖਾ ਗਿਆ। ਇਹ ਮੈਂ ਇੱਕ ਦਿਨ ਜਾਨ ਅਲੀ ਸ਼ਾਹ ਕਾਜ਼ਮੀ ਉਹਨਾਂ ਨੂੰ ਸੁਣ ਰਿਹਾ ਸਾਂ, ਉਹ ਜਿਹੜੇ ਜਾਦੂਗਰ ਨੇ ਉਹ ਚੀਜ਼ ਸਮਝਦੇ ਸਨ ਕਿ ਸਾਡੀਆਂ ਜਿਹੜੀਆਂ ਰੱਸੀਆਂ ਨੇ ਸਿਰਫ ਸੱਪ ਨਜ਼ਰ ਆ ਸਕਦੇ ਨੇ, ਲੇਕਿਨ ਕਿਸੇ ਨੂੰ ਨੁਕਸਾਨ ਨਹੀਂ ਦੇ ਸਕਦੇ, ਕਿਸੇ ਦੀ ਚੀਜ਼ ਖਾ ਨਹੀਂ ਸਕਦੇ। ਲਿਹਾਜ਼ਾ ਮੂਸਾ ਅਲੈਹਿਸਲਾਮ ਦਾ ਜਿਹੜਾ ਉਲਮਾ ਦੀ ਕਾਜ਼ਮੀ ਸਾਹਿਬ, ਉਲਮਾ ਦੀ ਗੱਲ ਮੈਂ ਨਹੀਂ ਲੈਣਾ, ਅਸੀਂ ਕੁਰਾਨ ਦੀ ਗੱਲ ਨੂੰ ਲੈਣਾ ਹੈ। ਕੁਰਾਨ ਤੇ ਗੱਲ ਤੇ ਸੁਣੋ ਨਾ, ਕੁਰਾਨ ਦੇ ਵਿੱਚੋਂ ਫਹਿਮ ਅਲੱਗ ਹੈ ਨਾ, ਮੇਰਾ ਜ਼ਰਾ ਤੁਸੀਂ ਫਹਿਮ ਸੁਣ ਲਓ, ਤੁਸੀਂ ਐਗਰੀ ਕਰੋ ਠੀਕ ਹੈ, ਨਹੀਂ ਕਰਦੇ ਨਾ। ਉਹ ਜਿਹੜਾ ਮੂਸਾ ਅਲੈਹਿਸਲਾਮ ਦਾ ਅਸਾ ਜਿਸ ਵੇ ਉਹਨਾਂ ਸੱਪਾਂ ਨੂੰ ਖਾ ਗਿਆ ਤੇ ਜਾਦੂਗਰਾਂ ਨੂੰ ਸਮਝ ਆ ਗਈ ਕਿ ਜਿਹੜਾ ਅਸਾਂ ਕੀਤਾ ਹੈ ਇਹ ਜਾਦੂ ਸੀ, ਲੇਕਿਨ ਮੂਸਾ ਅਲੈਹਿਸਲਾਮ ਦਾ ਜਿਹੜਾ ਅਸਾ ਹੈ ਕਰਾਮਤ ਹੈ, ਇਹ ਮੌਜਜ਼ਾ ਹੈ, ਲਿਹਾਜ਼ਾ ਇਹ ਨਬੀ ਸੱਚੇ ਨੇ। ਉਹਨਾਂ ਨੇ ਫਿਰ ਉਸੇ ਵੇਲੇ ਉਹਨਾਂ ਨੇ ਕਿਹਾ ਵੀ ਅਸੀਂ ਹਾरून ਅਲੈਹਿਸਲਾਮ ਔਰ ਮੂਸਾ ਅਲੈਹਿਸਲਾਮ ਦੇ ਅੱਲਾ ਤੇ ਈਮਾਨ ਲਿਆਉਂਦੇ ਹਾਂ। ਤੇ ਫਿਰੌਨ ਨੇ ਕਿਹਾ ਤੁਸੀਂ ਮੇਰੀ ਇਜਾਜ਼ਤ ਤੋਂ ਬਗੈਰ ਹੀ ਈਮਾਨ ਲਾਏ, ਤੁਹਾਡੀ ਐਸੀ ਦੀ ਤੈਸੀ, ਤੁਹਾਨੂੰ ਮੈਂ ਉਹ ਸਜ਼ਾ ਦਿਆਂਗਾ ਕਿ ਜਿਹੜੀ ਦੁਨੀਆ ਤੇ ਕਿਸੇ ਨੇ ਦਿੱਤੀ ਹੈ। ਤੇ ਉਹਨੇ ਉਹਨਾਂ ਨੂੰ ਉਹ ਸਜ਼ਾ ਦਿੱਤੀ। ਕਾਜ਼ਮੀ ਸਾਹਿਬ ਇਹ ਤੇ ਸਾਡਾ ਮੌਜ਼ੀ ਨਹੀਂ ਹੈਗਾ, ਅਸੀਂ ਇਹੀ ਤੇ ਗੱਲਾਂ ਕਰਨੇ ਆ ਕਿ ਹਜ਼ਰਤ ਸ਼ੇਖ ਅਬਦੁਲ ਕਾਦਰ ਜਿਲਾਨੀ ਰਹਿਮਤੁल्लाह ਤਾਲਾ ਅਲੈਹ ਵੱਲ ਬਾਅਦ ਚੋਂ ਆਇਓ। ਪਹਿਲੇ ਕੁਰਾਨ ਤੇ ਵੇਖੋ ਨਾ ਕੀ ਫਰਮਾਂਦਾ ਪਿਆ ਹੈ। ਕੁਰਾਨ ਤੇ ਕੁਛ ਹੋਰ ਕਹਿੰਦਾ ਪਿਆ ਹੈ, ਤੁਸੀਂ ਕੁਛ ਹੋਰ ਗੱਲ ਕਰਦੇ, ਇੰਜ ਹੋ ਨਹੀਂ ਸਕਦਾ। ਕਰਾਮਤ ਤੇ ਬਾਅਦ ਚੋਂ, ਪਹਿਲੇ ਤੁਸੀਂ ਇਹ ਕੁਫਾਰ ਦੇਖੋ ਕੀ ਕਰਦੇ ਪਏ, ਜਿਹੜੇ ਸ਼ੇਖ ਅਬਦੁਲ ਕਾਦਰ ਜਿਲਾਨੀ ਸਨ ਨਾ, ਉਹਨਾਂ ਤੇ ਕਿਸੇ ਬੰਦੇ ਨੂੰ ਕੋਈ ਇਖਤਲਾਫ ਨਹੀਂ ਹੈ, ਉਹ ਕੋਈ ਇਖਤਲਾਫੀ ਸ਼ਖਸੀਅਤ ਹੀ ਨਹੀਂ। ਤੁਸੀਂ ਕਿਹਾ ਨਾ ਕਿ ਉਹ ਕਰਾਮਤਾਂ ਕੋਈ ਉਹਨਾਂ ਦੀ ਫਲਾਣਾ ਵਜੂਦ ਹੈ, ਨਹੀਂ ਕੋਈ ਉਹਨਾਂ ਦੀ ਕਰਾਮਤ ਮੰਨਦਾ ਹੈ, ਕੋਈ ਨਹੀਂ ਮੰਨਦਾ, ਲੇਕਿਨ ਉਹਨਾਂ ਨੂੰ ਸਾਰੇ ਬਜ਼ੁਰਗ ਮੰਨਦੇ ਨੇ। ਆਪਸ ਦੇ ਵਿੱਚ ਇਹ ਗੁਫ਼ਤਗੂ ਕਰਨੇ ਪਏ ਆ ਕਾਜ਼ਮੀ ਭਾਈ, ਅਸੀਂ ਗੁਫ਼ਤਗੂ ਭਰਾ ਆਪਸ 'ਚ ਕਰਨੇ ਪਏ ਆ, ਐਡੀ ਖੂਬਸੂਰਤ ਗੁਫ਼ਤਗੂ ਕਰਨੇ ਪਏ ਆ ਕਿ ਦੇਖੋ ਕਿ ਕੁਰਾਨ ਪਾਕ ਦੇ ਅੰਦਰ ਕਿਹੜੀ ਚੀਜ਼ ਨੂੰ ਬਿਆਨ ਕੀਤਾ ਗਿਆ ਹੈ। ਅਗਰ ਤੁਸੀਂ ਕਿਸੇ ਆਲਮ ਦੇ ਕੋਲ ਬੈਠੋਗੇ, ਉਹਨਾਂ ਦੇ ਨਾਲ ਗੱਲਬਾਤ ਕਰੋਗੇ ਤੇ ਤੁਸੀਂ ਯਕੀਨ ਮੰਨੋ, ਹੁਣ ਇੱਕ ਬੰਦਾ ਉੱਠੇ ਤੁਸੀਂ ਕਹੋ ਜੀ ਕਿ ਇੰਜ ਵੀ ਹੋ ਸਕਦਾ ਹੈ, ਅਗਰ ਉਹਨੇ ਕੁਰਾਨ ਨਹੀਂ ਪੜ੍ਹਿਆ ਹੋਗਾ, ਉਹ ਨਹੀਂ ਮੈਂ ਨਹੀਂ ਮੰਨਦਾ, ਫਿਰ ਕੀ ਹੋਏਗਾ? ਉਹ ਕੁਰਾਨ ਦਾ ਮੁਨਕਰ ਹੋ ਜਾਏਗਾ। ਅਗਰ ਉਹ ਕਹੇਗਾ ਕਿ ਯਾਰ ਇੱਕ ਮੁਸਲਮਾਨ ਵੀ ਨਹੀਂ, ਨਾ ਕੋਈ ਗੱਲਬਾਤ, ਕਿਸੇ ਕਿਸਮ ਦੀ ਕੋਈ ਚੀਜ਼ ਹੀ ਨਹੀਂ ਹੈਗੀ, ਉਹ ਕਿਵੇਂ ਬਛੜੇ 'ਚ ਜਾਨ ਪਾ ਦੇਵੇ ਵੀ, ਉਹ ਕਿਵੇਂ ਰੱਸੀਆਂ ਨੂੰ ਸੱਪ ਬਣਾ ਦੇਵੇ ਵੀ। ਤੇ ਗੱਲ ਕਰਨ ਦਾ ਮਕਸਦ ਇਹ ਵੇ ਕਿ ਜਿਹਦੇ ਉੱਪਰ ਅੱਲਾ ਦਾ ਫਜ਼ਲ ਹੋਵੇ, ਅੱਲਾ ਦਾ ਕਰਮ ਹੋਵੇ। ਸ਼ੇਖ ਅਬਦੁਲ ਕਾਦਰ ਜਿਲਾਨੀ ਆਪਣੇ ਵੱਲੋਂ ਕੁਛ ਨਹੀਂ ਕਰਦੇ, ਇਹ ਗੱਲ ਜ਼ੇਨ 'ਚ ਰੱਖਣਾ। ਸਾਡਾ ਕਤਨ ਅਕੀਦਾ ਨਹੀਂ ਕਿ ਸਿਰਫ ਸ਼ੇਖ ਅਬਦੁਲ ਕਾਦਰ ਜਿਲਾਨੀ ਨੇ ਆਪਣੀ ਤਾਕਤ ਦੇ ਨਾਲ ਇਹ ਕੰਮ ਕੀਤਾ, ਨਾ, ਸਿਰਫ ਅੱਲਾ ਦੀ ਅਤਾ ਨਾਲ। ਅੱਲਾ ਪਾਕ ਆਪਣੇ ਬੰਦਿਆਂ ਕੋਲੋਂ ਜੋ ਮਰਜ਼ੀ ਕਰਵਾ ਸਕਦਾ ਹੈ, ਇਹ ਗੱਲ ਜ਼ੇਨ 'ਚ ਰੱਖਣਾ। ਸਾਡਾ ਸਿਰਫ ਇਹੀ ਅਕੀਦਾ ਹੈ। ਮੈਂ ਸਿਰਫ ਆਪਣੇ ਅਹਿਲੇ ਸੁਣੋ ਜੀ ਤੈਮੂਰ ਭਾਈ ਬਾਈਅਦ ਤੇ ਮੁਸਤਾਮੀ ਰਹਿਮਤੁल्लाह ਅਲੈਹ ਤੋਂ ਜਿਹੜਾ ਹੈ ਨਾ, ਇੱਕ ਕਾਲ ਉਹਨਾਂ ਦਾ ਬੜਾ ਮਸ਼ਹੂਰ ਕਾਲ ਹੈਗਾ ਵੇ ਕਿ ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਕਿਸੇ ਬੰਦੇ ਨੂੰ ਹਵਾ 'ਚ ਵੀ ਉੱਡਦਾ ਵੇਖੋ ਤੇ ਉਹ ਐਸੀ ਦੀ ਦਲੀਲ ਨਹੀਂ ਕਿ ਅੱਲਾ ਦਾ ਵਲੀ ਹੈ, ਬਲਕਿ ਅੱਲਾ ਦਾ ਵਲੀ ਉਹ ਬੰਦਾ ਵੇ ਕਿ ਉਹਨੂੰ ਦੇਖੋ ਕਿ ਮੁੱਤਬੇ ਸੁਨਨਤ ਕਿਸ ਕਦਰ ਹੈ।
ਯਾਨੀ ਇਹਦੇ ਤੋਂ ਮੁਰਾਦ ਹੈਗਾ ਵੇ ਕਿ ਇਹਦੇ ਤੋਂ ਮੁਰਾਦ ਹੈ ਬਿਹਤਰੀਨ ਉਹਨਾਂ ਸਟੈਂਡਰਡ ਵਧੀਆ ਬੰਨਿਆ, ਠੀਕ ਹੈ ਜੀ ਆ ਸਹੀ। ਇਹਦੇ ਤੋਂ ਮੁਰਾਦ ਹੈਗਾ ਵੇ ਕਿ ਨਾ ਉਹਨਾਂ ਨੇ ਕਰਾਮਾਤ ਦਾ ਇਨਕਾਰ ਕੀਤਾ ਵੇ, ਯਾਨੀ ਕਿ ਉਹਨਾਂ ਦਾ ਕਹਿਣ ਦਾ ਮਕਸਦ ਹੈ ਵੇ ਕਿ ਇਹੋ ਜੀ ਕਰਾਮਤ ਜਿਹੜੀ ਹੈ ਨਾ ਉਹ ਕਿਸੇ ਗੈਰ ਮੁਸਲਮ ਤੋਂ ਵੀ ਸਾਦਰ ਹੋ ਸਕਦੀ ਹੈ, ਉਹਨੂੰ ਇਸਤਦਰਾਜ ਕਿਹਾ ਜਾਂਦਾ ਵੇ। ਯਾਨੀ ਕਿ ਕੋਈ ਹਿੰਦੂ ਵੀ ਤੁਹਾਨੂੰ ਕੋਈ ਐਸਾ ਕੰਮ ਕਰਕੇ ਵਹਾ ਸਕਦਾ ਵੇ ਜਿਹੜਾ ਕਿ ਜਿਹੜਾ ਖਾਰਕ ਆਦਤ ਹੋਏ, ਤੁਹਾਨੂੰ ਕੋਈ ਈਸਾਈ ਵੀ ਇਹੋ ਜਿਹੀ ਕਰਾਮਤ ਕਰਕੇ ਵਹਾ ਸਕਦਾ ਵੇ, ਉਹਨੂੰ ਇਸਤਦਰਾਜ ਕਿਹਾ ਜਾਂਦਾ ਵੇ। ਮੈਂ ਕਰਾਮਤ ਦਾ ਲਫ਼ਜ਼ ਇਸ ਵਾਸਤੇ ਇਸਤੇਮਾਲ ਕਰ ਰਿਹਾ ਤੁਹਾਨੂੰ ਸਮਝ ਆ ਜਾਵੇ, ਤੇ ਉਹਨੂੰ ਇਸਤਦਰਾਜ ਕਿਹਾ ਜਾਂਦਾ ਵੇ, ਤੇ ਉਹ ਕਿਸੇ ਗੈਰ ਮੁਸਲਮ ਤੋਂ ਵੀ ਸਾਦਰ ਹੋ ਸਕਦਾ ਹੈ। ਤੇ ਜੇ ਗੈਰ ਮੁਸਲਮ ਤੋਂ ਸਾਦਰ ਹੋ ਸਕਦਾ ਹੈ ਤੇ ਫਿਰ ਅੱਲਾ ਦੇ ਵਲੀਆਂ ਦੇ ਕੋਲੋਂ ਕਿਉਂ ਨਹੀਂ ਸਾਦਰ ਹੋ ਸਕਦਾ? ਅੱਛਾ ਜੀ ਚਲੋ ਜੀ, ਤੁਸੀਂ ਕਹਿੰਦੇ ਜੀ ਫਲਾਣੀ ਕਰਾਮਤ ਨੂੰ ਨਹੀਂ ਮੰਨਦੇ, ਫਲਾਣੀ ਨੂੰ ਨਹੀਂ ਮੰਨਦੇ, ਤੇ ਮੂਰ ਵੀ ਇੱਕ ਮਿੰਟ ਮੇਰੀ ਗੱਲ ਸੁਣੋ ਜ਼ਰਾ। ਇੱਕ ਬੰਦਾ ਉੱਠਦਾ ਮੇਰੇ ਦਾ ਜੂਨੀਅਰ ਜੇਲਮੀ ਵਰਗਾ, ਉਹ ਕਹਿੰਦਾ ਜੀ ਮੈਂ ਸਿਰਫ ਉਹ ਵਾਲੀਆਂ ਕਰਾਮਤਾਂ ਮੰਨਾਂਗਾ ਜਿਹੜੀਆਂ ਕੁਰਾਨ ਤੇ ਹਦੀਸ 'ਚ ਮੌਜੂਦ ਨੇ। ਕਿਆ ਉਹਨੇ ਹਜ਼ਰਤ ਖਾਲਿਦ ਬਿਨ ਵਲੀਦ ਜਿਹੜਾ ਉਹਨਾਂ ਦਾ ਜ਼ਹਿਰ ਪੀਣ ਵਾਲਾ ਵਾਕਿਆ ਹੈ, ਕਿਆ ਉਹਨੇ ਮੰਨ ਲਿਆ ਸੀ? ਹਾਲਾਂਕਿ ਸਹੀ ਸਨਦ ਦੇ ਨਾਲ ਉਹ ਮੌਜੂਦ ਹੈ, ਸਹੀ ਸਨਦ ਦੇ ਨਾਲ। ਕਿਆ ਉਹਨੇ ਹਜ਼ਰਤ ਉਮਰ ਫਾਰੂਕ ਦਾ, ਇੱਕ ਮਿੰਟ ਕਾਜ਼ਮੀ ਭਾਈ ਇੱਕ ਮਿੰਟ ਸਿਰਫ, ਕਿਆ ਉਹਨੇ ਹਜ਼ਰਤ ਉਮਰ ਫਾਰੂਕ ਦਾ ਜਿਹੜਾ ਵਾਕਿਆ ਵੇ ਜਾਂ ਸਾਰੀਅਤੁਲ ਜਬਲ ਵਾਲਾ ਜਿਹੜਾ ਵਾਕਿਆ ਵੇ, ਕਿਆ ਉਹਨੂੰ ਇਹਨੇ ਮੰਨ ਲਿਆ ਸੀ? ਇਹ ਬੰਦਾ ਬਕਵਾਸ ਕਰਦਾ, ਝੂਠ ਬੋਲਦਾ ਵੇ। ਇਹ ਬੰਦਾ ਨਾ ਕੁਰਾਨ ਨੂੰ ਮੰਨਦਾ ਨਾ ਹਦੀਸ ਨੂੰ ਮੰਨਦਾ, ਇਹ ਸਿਰਫ ਉਸ ਚੀਜ਼ ਨੂੰ ਮੰਨਦਾ ਜਿਹੜਾ ਇਹਦਾ ਨਫਸ ਇਹਨੂੰ ਕਹਿੰਦਾ ਹੈ ਨਾ, ਇਹਦਾ ਨਫਸ ਜੋ ਇਹਨੂੰ ਕਹਿੰਦਾ ਹੈ ਉਹਨੂੰ ਮੰਨਦਾ। ਅੱਛਾ ਜੀ, ਹੁਣ ਇੱਕ ਬੰਦਾ ਕਹਿੰਦਾ ਕਰਾਮਤਾਂ ਨੂੰ ਨਹੀਂ ਮੰਨਦਾ। ਮੈਂ ਕਹਿਣ ਲੱਗਾ ਸਾਂ ਇਹ ਯੂਕੇ ਵਿੱਚ ਅਗਲੇ ਦਿਨ ਮੁਸਲਮਾਨਾਂ ਦਾ ਤੇ ਉਹ ਕ੍ਰਿਸਚਨ ਦਾ ਹੋਇਆ ਸੀ ਮਨਾਜ਼ਰਾ ਜੀ ਤੇ ਜ਼ਾਹਿਰ ਤੇ ਉਹਦੇ ਵਿੱਚ ਵੀ ਉਹ ਬਿਲਕੁਲ ਉਹ ਵੀਡੀਓ ਮੌਜੂਦ ਹੈ, ਉਹ ਬੰਦੇ ਨੇ ਪੀਤਾ ਉੱਠ ਕੇ ਮੁਸਲਮਾਨ ਨੇ, ਉਹਨੇ ਕਿਹਾ ਲਿਆਓ। ਬਿਲਕੁਲ ਭਾਈ, ਉਹਨਾਂ ਦਾ ਨਾਮ ਹੈਗਾ ਵੇ, ਇਹ ਦੂਜਿਆਂ ਦਾ ਹੌਸਲਾ ਨਹੀਂ ਪਿਆ, ਉਹਨਾਂ ਦਾ ਨਾਮ ਹੈ ਰਾਸ਼ਦ ਇਸਰਾਰ। ਉਹ ਐਲੇ ਤੁਸੀਂ ਗੱਲ ਕਰ ਰਹੇ ਸੀ ਉਹਨਾਂ ਨੇ ਪੀਤਾ ਤੇ ਬਿਲਕੁਲ ਜ਼ਿੰਦਾ ਰਹੇ ਨੇ, ਉਹ ਅਜੇ ਵੀ ਜ਼ਿੰਦਾ ਨੇ, ਅੱਜ ਵੀ ਜ਼ਿੰਦਾ ਨੇ ਉਹ। ਬਿਲਕੁਲ ਉਹ ਮਨਾਜ਼ਰ ਹੈਗੇ ਨੇ, ਆਲਮ ਦੀਨ ਹੈਗੇ ਨੇ ਉੱਥੇ ਯੂਕੇ ਦੇ ਵਿੱਚ। ਉਹਨਾਂ ਨੇ ਬੜਾ ਕੰਮ ਕੀਤਾ ਤਾਂ ਉਹਨਾਂ ਨੇ ਜਿਹੜਾ ਵੇ ਨਾ ਮਾਸ਼ਾਅੱਲਾ ਬੜੇ ਮਸ਼ਹੂਰ ਹੋ, ਯਾਨੀ ਕਿ ਯੂਕੇ ਦੇ ਜਿਹੜੇ ਰਹਿਣ ਵਾਲੇ ਨੇ ਉਹਨਾਂ ਨੂੰ ਜਾਣਦੇ ਆ। ਇਸ ਵਜ੍ਹਾ ਤੋਂ ਜ਼ਿਆਦਾ ਮਸ਼ਹੂਰ ਹੋਏ ਨੇ। ਮੈਂ ਵੀ ਇਹ ਡਿਬੇਟ ਦੇਖੀ, ਇਹ ਵੀ ਇੱਕ ਜ਼ਿੰਦਾ ਮੌਜੂਦ ਹੀ ਹੈ ਜੀ, ਇਹ ਵੀ ਕਰਾਮਤ ਹੀ। ਮਕਸਦ ਹੈ ਗੱਲ ਕਰਨ ਦਾ ਮਕਸਦ ਹੈ ਕਾਜ਼ਮੀ ਭਾਈ ਕਿ ਇੱਕ ਬੰਦਾ ਜਿਹੜਾ ਵੇ ਉਹ ਕੁਰਾਨ ਹਦੀਸ 'ਚ ਜਿਹੜੇ ਵਾਕਿਆਤ ਲਿਖੇ ਦੇ ਨੇ ਉਹਨਾਂ ਦਾ ਵੀ ਇਨਕਾਰ ਕਰਦਾ ਪਿਆ, ਪਲੱਸ ਕਰਾਮਤ ਜਿਹੜਾ ਨਸੇ ਕਤਈ ਤੋਂ ਸਾਬਤ ਹੈ। ਕਰਾਮਤ ਤੋਂ ਮੁਰਾਦ ਹੈ ਵੇ ਕਿ ਜਿਹੜੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਉਮਤੀ ਨੇ ਨਾ, ਉਹਨਾਂ ਦੇ ਵਿੱਚ ਇਹ ਚੀਜ਼ਾਂ ਹੁਣ ਕਿਆਮਤ ਤੱਕ ਜਾਰੀ ਨੇ। ਫਿਰ ਇੱਕ ਕਸ਼ਫ ਤੇ ਇਲਹਾਮ ਜਿਹੜਾ ਵੇ ਉਹ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਮੁਬਾਰਕਾ ਵੇ ਕਿ ਹੁਣ ਇਸ ਉਮਤ ਦੇ ਅੰਦਰ ਮੁਬਸ਼ਰਾਤ ਜਿਹੜੇ ਨੇ ਬਾਕੀ ਨੇ, ਜਿਹੜਾ ਕਿ ਨਬੂਵਤ ਦਾ 46 ਹਿੱਸਾ ਨੇ, ਨਬੂਵਤ ਦਾ 46 ਹਿੱਸਾ ਨੇ। ਤੇ ਇਹ ਕਹਿੰਦਾ ਜੀ ਕਸ਼ਫ ਇਲਹਾਮ ਜਿਹੜੀ ਹੈ ਨਾ ਉਹ ਨਬੂਵਤ ਦਾ ਦਾਅਵਾ ਹੈ। ਇਹ ਕਿਹੜੀ ਕੁਰਾਨ ਹਦੀਸ ਨੂੰ ਮੰਨਦਾ ਹੈ? ਕਿਹੜੀ ਕੁਰਾਨ ਹਦੀਸ ਨੂੰ ਮੰਨਦਾ ਹੈ? ਭਾਈ ਮੈਨੂੰ ਨਾ ਇੱਕ ਗੱਲ ਯਾਦ ਆਈ, ਅਗਰ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਕਰਾਂ ਇੱਕ ਗੱਲ ਜੀ। ਇੱਕ ਚੀਜ਼ ਐਡ ਕਰਨਾ ਚਾਹਾਂਗਾ ਕਾਜ਼ਮੀ ਭਾਈ, ਇਹਦੇ ਨਾਲ ਤੁਹਾਨੂੰ ਨਾ ਇੱਕ ਤਸਵੀਰ ਵਾਜ਼ਿਹ ਹੋਏਗੀ। ਮੈਂ ਤੁਹਾਨੂੰ ਦੱਸਣਾ, ਹੁਣ ਨਾ ਕੁਝ ਲੋਕ ਜਿਹੜੇ ਨੇ ਨਾ ਉਹ ਇੱਕ ਉਮਰ ਰਸੀਦਾ ਬੰਦੇ ਸਨ, ਉਹਨਾਂ ਦਾ ਨਾਮ ਸੀ ਇਸਹਾਕ ਸਾਹਿਬ, ਮੌਲਾਨਾ ਇਸਹਾਕ ਸਾਹਿਬ, ਇਸਹਾਕ ਝਾਲਵੀ ਕਹਿੰਦੇ ਆ ਅਸੀਂ ਉਹਨਾਂ ਨੂੰ ਨਾ। ਤੇ ਉਹ ਇਸਹਾਕ ਝਾਲਵੀ ਸਾਹਿਬ ਹੁਣ ਇਹ ਚੀਜ਼ਾਂ ਦੇ ਮੁਨਕਰ ਸਨ, ਉਹ ਇਹਨਾਂ ਦੀ ਵੰਡ ਨਹੀਂ ਕੱਢ ਸਕੇ ਨਾ, ਇਸਤਦਰਾਜ ਕੀ ਹੈ, ਮਾਊਨਤ ਕੀ ਹੈ, ਕਰਾਮਤ ਕੀ ਹੈ, ਮੌਜਜ਼ਾਤ ਕੀ ਨੇ, ਠੀਕ ਹੈ ਨਾ। ਹੁਣ ਇਹਨਾਂ ਦੀ ਉਹ ਵੰਡ ਨਹੀਂ ਕਰ ਸਕੇ। ਉਹਨਾਂ ਨੇ ਕੀ ਕੀਤਾ, ਐਟ ਦਾ ਐਂਡ ਉਸ ਬੰਦੇ ਨੇ ਕਹਿ ਦਿੱਤਾ ਨਬੂਵਤ ਜਾਰੀ ਹੈ, ਉਹਦੀ ਵੀਡੀਓ ਮੌਜੂਦ ਹੈ। ਉਹ ਕਹਿੰਦਾ ਇਹ ਕਮਾਲਾਤ ਤੇ ਸਾਰਾ ਕੁਝ, ਸਿਰਫ ਦਾਵਾ ਨਹੀਂ ਕੋਈ ਕਰ ਸਕਦਾ ਲੇਕਿਨ ਨਬੂਵਤ ਹਜੇ ਵੀ ਜਾਰੀ ਹੈ, तमाम ਕਮਾਲਾਤ ਜਾਰੀ ਨੇ, ਫਲਾਣਾ ਵੀ ਜਾਰੀ, ਹਰ ਚੀਜ਼ ਜਾਰੀ ਹੈ। ਜਦੋਂ ਤੁਸੀਂ ਸਟੈਪ ਬਾਈ ਸਟੈਪ ਹਰ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ, ਤੁਸੀਂ ਵੰਡ ਕੱਢੋਗੇ, ਉਲਮਾ ਦੇ ਪਿੱਛੇ ਚੱਲੋਗੇ, ਜਿੱਥੇ ਫਸੋਗੇ ਉੱਥੇ ਤੁਸੀਂ ਉਲਮਾ ਦੀ ਰਹਿਨੁਮਾਈ ਹਾਸਲ ਕਰੋਗੇ ਤੇ ਕਦੀ ਬੋਂਗੇ ਨਹੀਂ ਮਾਰੋਗੇ। ਹੁਣ ਉਹ ਬੰਦਾ ਕੀ ਕਹਿ ਰਿਹਾ ਹੈ, ਤੁਹਾਨੂੰ ਇੱਕ ਗੱਲ ਦੱਸਣਾ ਜੀ ਤੈਮੂਰ ਭਾਈ, ਦੇਖੋ ਕਰਾਮਾਤ ਦੇ ਉੱਤੇ ਜਿਹੜਾ ਵੇ ਉਹ ਆਇਮਾ ਨੇ ਬਕਾਇਦਾ ਤੌਰ ਤੇ ਆਪਣੀ ਕਿਤਾਬਾਂ ਦੇ ਅੰਦਰ ਬਾਬ ਬੰਨੇ ਨੇ। ਉਹਨੂੰ ਜਿਨ੍ਹਾਂ ਆਇਮਾ ਦੀਆਂ ਕਿਤਾਬਾਂ ਨੇ ਆਪਣੇ ਸਾਹਮਣੇ ਰੱਖੀ ਦੀਆਂ ਨੇ ਨਾ, ਉਹਨਾਂ ਹੀ ਆਇਮਾ ਨੇ ਜਾਂ ਜਿਨ੍ਹਾਂ ਆਇਮਾ ਦਾ ਹਵਾਲਾ ਦਿੰਦਾ ਹੈ, ਇਮਾਮ ਬਹਿਕੀ ਦਾ ਹਵਾਲਾ ਦਿੰਦਾ ਵੇ, ਅਲਾਮਾ ਜ਼ਾਹਬੀ ਦਾ, ਅਲਾਮਾ ਹਜਰ ਅਸਕਲਾਨੀ ਦਾ, ਇਹਨਾਂ ਤਮਾਮ ਦੇ ਹਵਾਲੇ ਆ ਬੰਦਾ ਦਿੰਦਾ ਹੈ। ਉਹ ਇਹਨਾਂ ਕਿਤਾਬਾਂ ਦੇ ਅੰਦਰ ਬਾਬ ਬੰਨੇ ਦੇ ਨੇ ਉਹਨਾਂ ਆਇਮਾ ਨੇ, ਕਰਾਮਾਤ ਔਲੀਆ ਦੇ ਉੱਤੇ ਉਹਨਾਂ ਨੇ ਬਾਬ ਬੰਨੇ ਦੇ ਨੇ, ਠੀਕ ਹੈ ਜੀ। ਹੁਣ ਮੈਨੂੰ ਦੱਸੋ ਕਿ ਕਿਆ ਉਹ ਆਇਮਾ ਜਿਹੜੇ ਸਨ ਉਹ ਵੀ ਇਸਲਾਮ ਤੋਂ ਫਾਰਗ ਹੋ ਗਏ?
ਨਹੀਂ ਇਸ ਗੱਲ ਨਾਲ ਮੈਂ ਵੀ ਇਖਤਲਾਫ ਰੱਖਣਾ। ਉਹ ਕਹਿੰਦੇ ਨੇ ਇਸ ਜ਼ਮਾਨੇ 'ਚ ਜਿਹੜੇ ਵਲੀ ਅੱਲਾਹ ਹੁੰਦੇ ਨੇ ਨਾ, ਉਹ ਇੰਜ ਕਰਕੇ ਕਿਸੇ ਨੂੰ ਨਹੀਂ ਜਾ ਕੇ ਵਿਖਾਉਂਦੇ ਵੀ ਇਹ ਕਰਾਮਤ ਹੈ, ਲੇਕਿਨ ਕਰਾਮਤਾਂ ਮੈਂ ਆਪਣੀ ਅੱਖਾਂ ਨਾਲ ਕਾਜ਼ਮੀ ਭਾਈ ਦੇਖੀਆਂ। ਜੀ ਉਹ ਮੈਂ ਸਾਦਾ ਨਹੀਂ ਹੁੰਦੀ ਹੈ ਸਿਰਫ ਮੈਂ ਇਹ ਖੁਦ ਨਹੀਂ। ਮੈਂ ਸਰਕਾਰ ਖੁਦ ਇਸ ਚੀਜ਼ ਦਾ ਸ਼ਾਹਿਦ ਹਾਂ। ਮੈਂ ਆਪੀ ਦੇਖੀ ਆ। ਕਾਜ਼ਮ ਭਾਈ ਮੈਂ ਹਲਫ ਚੁੱਕਣਾ ਵਾਂ। ਮੈਂ ਰਮਜ਼ਾਨ ਸ਼ਰੀਫ ਦੇ ਅੰਦਰ ਮੈਂ ਬੈਠਾ ਦਾ ਵਾਂ। ਰਮਜ਼ਾਨ ਸ਼ਰੀਫ ਦੇ ਅੰਦਰ ਅਸੀਂ ਬੈਠੇ ਦੇ ਹਾਂ ਇਸ ਟਾਈਮ। ਮੈਂ ਹਲਫ ਨੇ ਗੱਲ ਕਹਿਣਾ ਵਾਂ ਕਿ ਇਹਨਾਂ ਬਜ਼ੁਰਗਾਂ ਦੀ, ਜਿਹੜੇ ਬਜ਼ੁਰਗ ਨੇ ਵਾਕਈ ਜਿਹੜੇ ਹਕੀਕੀ ਬਜ਼ੁਰਗ ਨੇ, ਉਹਨਾਂ ਦੇ ਅੱਜ ਵੀ ਉਹ ਆਪਣਾ ਆਪ ਵਹਾਉਂਦੇ ਨੇ। ਮੈਂ ਹਲਫ ਨੇ ਗੱਲ ਕਹਿਣਾ ਵਾਂ। ਲੇਕਿਨ ਗੱਲ ਕਰਨ ਦਾ ਮਕਸਦ ਇਹ ਵੇ ਕਿ ਹੁਣ ਇੱਕ ਬੰਦਾ ਹੈ ਹੀ ਮੁਨਕਰ ਹੈ। ਉਹ ਮੁਨਕਰ ਨੇ ਤੇ ਕਹਿਣਾ ਕਿ ਬਈ ਉਹ ਹੁਣ ਦੇਖੋ ਨਾ, ਉਹ ਜਿਹੜਾ ਵੇ ਹਾਰਸ ਸੁਲਤਾਨ ਜਿਹੜਾ ਮੁਲਹਿਦ ਹੈ, ਉਹਨੂੰ ਮਿਰਜ਼ੇ ਦੀ ਗੱਲ ਬੜੀ ਪਸੰਦ ਆਈ ਕਿ ਬਾਬੇ ਤੇ ਸ਼ੈ ਹੀ ਕੋਈ ਨਹੀਂ। ਉਹ ਕਹਿੰਦਾ ਮਿਰਜ਼ਾ ਸਾਹਿਬ ਇੱਕ ਬਾਬਾ ਹੋਰ। ਉਹਨੂੰ ਇੱਕ ਬਾਬਾ ਹੋਰ ਕਿਹਨੂੰ ਕਹਿੰਦਾ ਪਿਆ? ਉਹ ਇੱਕ ਬਾਬਾ ਹੋਰ ਅੱਲਾਹ ਤਾਲਾ ਦੀ ਜ਼ਾਤ ਨੂੰ ਕਹਿ ਰਿਹਾ ਹੈ। ਉਹ ਕਹਿ ਰਿਹਾ ਤੂੰ ਬਾਕੀ ਸਾਰੇ ਬਾਬੇ ਦਾ ਇਨਕਾਰ ਕੀਤਾ ਨਾ, ਹੁਣ ਇੱਕ ਬਾਬਾ ਰਹਿ ਗਿਆ ਵੀ ਉਹ ਅੱਲਾਹ ਤਾਲਾ ਦੀ ਜ਼ਾਤ ਹੈ, ਮਾਜ਼ਅੱਲਾਹ ਅਸਤਗਫਿਰullah, ਉਹਦਾ ਵੀ ਇਨਕਾਰ ਕਰ, ਉਹ ਵੀ ਕੁਝ ਨਹੀਂ ਕਰ ਸਕਦਾ। ਨਹੀਂ ਉਹ ਭੈਣ ਉਹ ਤੇ ਉਹਦੀ ਮਹਿਬੂਬਾ ਜੇ ਭੈਣ। ਸਰ ਉਹੀ ਮੈਂ ਦੱਸਣ ਲੱਗਾ ਆਸਫ ਭਾਈ, ਉਹ ਮਿਨੀ ਖੁਦਾ ਵਾਲਾ ਉਸ ਤੋਂ ਬਾਅਦ ਹੀ ਉਹਨੇ ਕੀਤਾ ਕਲਿੱਪ ਮਿਨੀ ਖੁਦਾ ਵਾਲਾ। ਅੱਛਾ, ਕੀ ਹੋ ਗਿਆ ਜਿਹੜਾ ਹਾਰਸ ਸੁਲਤਾਨ ਤੇ ਉਹ ਜਿਹੜਾ ਇੱਕ ਮਿਰਜ਼ਾ ਗਾਲਬ ਬਣੇ ਆ, ਇਹ ਦੋਵੇਂ ਭਰਾ ਨੇ। ਕ੍ਰਿਸਚੀਅਨਿਟੀ ਨੂੰ ਇਹ ਦੋਵੇਂ ਭਰਾ ਨੇ। ਇਹ ਜਿਹੜਾ ਮਿਰਜ਼ਾ ਗਾਲਬ ਹੈ ਤੇ ਇਹ ਜਿਹੜਾ ਹਾਰਸ ਸੁਲਤਾਨ ਨੇ ਨਾ, ਮੇਰੇ ਖਿਆਲ ਨਾਲ ਆਪਸ ਚ ਭਰਾ ਹੈਗੇ ਨੇ। ਤੇ ਹਾਰਸ ਸੁਲਤਾਨ ਜਿਹੜਾ ਵੇ ਨਾ, ਇਹਨਾਂ ਦੀ ਸ਼ਕਲਾਂ ਰਲਦੀਆਂ ਹੋਣ ਤੇ ਜਨਾਬ ਇੰਜ ਦੇ ਕੰਮ ਕਰਦੇ ਆ। ਇਹਨਾਂ ਦੀਆਂ ਸ਼ਕਲਾਂ ਨਹੀਂ ਰਲਦੀਆਂ ਹੁੰਦੀਆਂ ਇਹੋ ਜਿਹੇ ਬੰਦਿਆਂ ਦੀਆਂ, ਕਿਉਂਕਿ ਉਹ ਨੁਤਖੇ ਕਾਜ਼ਮੀ ਸਾਹਿਬ ਇੱਕ ਕੱਬੇ ਦੀ ਔਲਾਦ ਹੁੰਦੇ ਤੇ ਅਕਲਾ ਨੇਕ ਹੋਣੇ ਹਨ, ਸ਼ਰੀਫ ਹੋਣੇ ਸਨ। ਅੱਛਾ, ਮੈਂ ਜਿਹੜੀ ਗੱਲ ਕਰਨ ਲੱਗਾ ਸਾਂ ਕਿ ਹਾਰਸ ਸੁਲਤਾਨ ਜਿਹੜਾ ਨਾ, ਹਾਰਸ ਸੁਲਤਾਨ ਨੇ ਇੱਕ ਵੀਡੀਓ ਬਣਾਈ। ਉਸ ਵੀਡੀਓ ਦੇ ਜਵਾਬ ਦੇ ਅੰਦਰ ਉਹਨੇ ਵੀਡੀਓ ਕੀ ਬਣਾਈ? ਉਹਨੇ ਹਾਰਸ ਸੁਲਤਾਨ ਨੇ ਪੀਰ ਅਫਜ਼ਲ ਕਾਦਰੀ ਰਹਿਮਤੁल्लाह अलैह ਨੇ ਇਹਦੇ ਖਿਲਾਫ ਬਿਆਨ ਦਿੱਤਾ ਕਿ ਇਹ ਬੰਦਾ ਸ਼ਾਤਮ ਰਸੂਲ ਹੈ, ਇਹ ਅੱਲਾ ਦੀ ਇਹਨੇ ਗੁਸਤਾਖੀ ਕੀਤੀ ਇਹਨੇ। ਇਹਨੂੰ ਜਿਹੜਾ ਬੰਦਾ ਜਜ਼ਬੇ ਦੇ ਤਹਿਤ ਇਹਨੂੰ ਜਹਨਮ ਵਾਸਲ ਕਰੇਗਾ, ਉਹਨੂੰ ਮੈਂ 5 ਲੱਖ ਰੁਪਏ ਇਨਾਮ ਦਾਂਗਾ। ਉਹਦੇ ਜਵਾਬ ਦੇ ਵਿੱਚ ਹਾਰਸ ਸੁਲਤਾਨ ਨੇ ਵੀਡੀਓ ਬਣਾਈ ਮਿਰਜ਼ੇ ਦੇ ਹੱਕ ਦੇ ਵਿੱਚ। ਠੀਕ ਹੈ ਜੀ, ਮਿਰਜ਼ੇ ਨੇ ਆਪਣੇ ਆਫੀਸ਼ੀਅਲ ਚੈਨਲ ਤੋਂ ਜਾ ਕੇ ਤੇ ਥੱਲੇ ਜਾ ਕੇ ਉਹਦੀ ਤਾਰੀਫ ਕੀਤੀ ਹੈ, ਹਾਰਸ ਸੁਲਤਾਨ ਦੀ ਥੱਲੇ ਜਾ ਕੇ ਉਹਦੀ ਤਾਰੀਫ ਕੀਤੀ ਉਹਨੇ ਫਿਰ ਉਹਨੂੰ ਕਿਹਾ, ਉਹਨੇ ਮਿਰਜ਼ਾ ਜੂਨੀਅਰ ਨੂੰ ਥੱਲੇ ਜਾ ਕੇ ਕਹਿੰਦਾ ਮਿਰਜ਼ਾ ਸਾਹਿਬ ਕੰਮ ਚੁੱਕ ਕੇ ਰੱਖੋ। ਫਿਰ ਮਿਰਜ਼ੇ ਨੇ ਆਪ ਹੀ ਖੁਦ ਕਿਹਾ, ਕਹਿੰਦਾ ਉਹ ਮੈਨੂੰ ਅਕਸਰ ਫੋਨ ਕਰਦਾ ਰਹਿੰਦਾ ਹਾਰਸ ਸੁਲਤਾਨ। ਤੁਸੀਂ ਜਾਓ ਹਾਰਸ ਸੁਲਤਾਨ ਦੇ ਚੈਨਲ ਤੇ ਉੱਤੇ ਉਹਦੀ ਵੀਡੀਓ ਲੱਗੀ ਦੀਆਂ ਨੇ। ਨਹੀਂ, ਮੈਂ ਤੇ ਉਹ ਪਹਿਲੇ ਸਬਸਕ੍ਰਾਈਬ ਕੀਤਾ ਸੀ, ਫਿਰ ਮੈਂ ਅਨਸਬਸਕ੍ਰਾਈਬ ਕਰ ਦਿੱਤਾ। ਮੈਂ ਕਿਹਾ ਦਫਾ ਕਰ ਪਰਾਇਨਾ, ਮੈਂ ਨਹੀਂ ਸੁਣਦਾ ਉਹਨੂੰ। ਮੈਂ ਅੱਜ ਤੱਕ ਨਹੀਂ ਹਾਰਸ ਸੁਲਤਾਨ ਨੂੰ ਸੁਣਿਆ, ਯਕੀਨ ਕਰਿਓ। ਹਾਂਜੀ, ਨਹੀਂ ਮੈਂ ਸੁਣਿਆ ਨਾ ਉਹਨਾਂ ਨੂੰ ਕਾਫੀ ਮਿਰਜ਼ਾ ਗਾਲਬ ਨੇ। ਉਹ ਕਹਿੰਦਾ ਤੂੰ, ਮੈਂ ਕਹਿੰਦਾ ਬਾਬਾ ਤੂੰ ਚੁੱਕ ਕੇ ਸ਼ਾਇਦ ਇੱਥੇ ਨਹੀਂ ਲਿਆ ਕੇ ਰੱਖ ਸਕਦਾ। ਕਹਿੰਦਾ ਤੂੰ ਆਪਣੇ ਅੱਲਾ ਨੂੰ ਕਹਿਆ ਕਿ ਲਿਆ ਗਿਆ, ਤੂੰ ਚੁੱਕ ਕੇ ਗਲਾਸ ਇੱਥੇ ਰੱਖ ਦੇਵੇ। ਕਹਿੰਦਾ ਤੂੰ ਜੋ ਬਾਬਿਆਂ ਨੂੰ ਕਹਿਣਾ ਪਿਆ ਮਾਜ਼ਅੱਲਾਹ ਅਸਤਗਫਿਰullah, ਬਾਬਿਆਂ ਨੂੰ ਪਿਆ ਕਹਿਣਾ ਕਿ ਵਾਈਟ ਹਾਊਸ ਚੁੱਕ ਕੇ ਲਿਆ ਕੇ ਇੱਥੇ ਰੱਖ ਦਿਓ, ਜਾਂ ਜਨਾਬ ਉਹ ਆਫਤਾਬ ਇਕਬਾਲ ਪਿਆ ਕਹਿੰਦਾ ਪਿਆ ਕਿ ਬਾਬੇ ਨੂੰ ਕਹੋ ਕਿ ਇੱਥੋਂ ਗਲਾਸ ਚੁੱਕ ਕੇ ਤੇ ਇੱਥੇ ਲਿਆ ਕੇ ਰੱਖ ਦੇਵੇ। ਕਹਿੰਦਾ ਮਾਮਾ ਤੂੰ ਐਡਾ ਹੁਸ਼ਿਆਰ ਹੈ ਤੇ ਆਪਣੇ ਅੱਲਾ ਨੂੰ ਕਹਿਆ ਇੱਥੋਂ ਗਲਾਸ ਚੁੱਕ ਕੇ ਤੇ ਇੱਥੇ ਲਿਆ ਕੇ ਰੱਖ ਦੇਵੇ। ਇਹ ਹਾਰਸ ਸੁਲਤਾਨ ਦੇ ਅਲਫਾਜ਼ ਨੇ। ਫਿਰ ਬਾਅਦ ਚੋਂ ਨਾਰਾ ਲਾ ਕੇ ਕੀ ਕਹਿੰਦਾ ਦੂਜਾ ਮੁੰਡਾ ਜਿਹੜਾ ਨਾਲ ਬੈਠਾ ਸੀ, ਉਹਨਾਂ ਨੂੰ ਮੈਂ ਕਹਾਂ ਵੀ ਉਹ ਤੌਹੀਦ ਉੱਤੇ ਤੇ ਜਿਹੜੀਆਂ ਕਰਾਮਾਤ ਨੇ ਉਹਨਾਂ ਤੇ ਗੁਫ਼ਤਗੂ ਕਰਨਾ ਚਾਹੁੰਦੇ ਨੇ, ਲੇਕਿਨ ਤੁਹਾਡੇ 'ਚ ਜਿਹੜਾ ਬੰਦਾ ਕੋਈ ਇਲਮ ਰੱਖਦਾ ਹੋਵੇ ਤੇ ਦੂਜਾ ਗਾਲੀ ਗਲੋਚ ਨਾ ਕਰਦਾ ਹੋਵੇ, ਉਹ ਬੰਦੇ ਨਾ। ਅਸੀਂ ਉਹਨਾਂ ਦੇ ਨਾਲ तमाम ਮੌਜ਼ੂਆਤ ਤੇ ਗੱਲ ਕਰਨ ਵਾਸਤੇ ਤਿਆਰ ਹਾਂ। ਸਾਡੇ ਨਾਲ ਉਹ 8-10 ਸਿਟਿੰਗ ਕਰਨ ਸਾਡੇ ਨਾਲ, ਅਸੀਂ ਉਹਨਾਂ ਨਾਲ तमाम ਮੌਜ਼ੂਆਤ ਤੇ ਗੱਲ ਕਰਨੀ ਚਾਹੁੰਦੇ ਹਾਂ। ਅਸੀਂ तमाम ਮੌਜ਼ੂਆਤ ਤੇ ਗੱਲ ਕਰਨੀ ਚਾਹੁੰਦੇ ਹਾਂ। ਇੱਕ ਸਿਟਿੰਗ 'ਚ ਹੋ ਜਾਣ, 2 'ਚ ਹੋ ਜਾਣ, 3 'ਚ ਹੋ ਜਾਣ, 4 'ਚ ਹੋ ਜਾਣ, 8 'ਚ ਹੋ ਜਾਣ, 10 'ਚ ਹੋ ਜਾਣ। ਚਾਹੀਦਾ ਆਰਾਮ ਨਾਲ ਇੱਕ ਦੂਸਰੇ ਦੀ ਗੱਲ ਕਰੋ, ਸੁਣੋ, ਸਮਝੋ। ਤੇ ਜਿਹੜਾ ਬੰਦਾ ਗਾਲ ਕੱਢੇਗਾ ਉਹ ਬੰਦੇ ਦੀ ਸ਼ਿਕਸਤ ਤਸਲੀਮ ਕੀਤੀ ਜਾਏਗੀ, ਉਸ ਬੰਦੇ ਦੀ ਹਾਰ ਤਸਲੀਮ ਕੀਤੀ ਜਾਏਗੀ। ਤੇ ਜਿਹੜਾ ਵੀ ਸਾਡੀ ਗੁਫ਼ਤਗੂ ਹੋਏਗੀ ਉਹਨੂੰ ਅਸੀਂ ਰਿਕਾਰਡ ਕਰਾਂਗੇ, ਰਿਕਾਰਡ ਕਰਕੇ ਅਸੀਂ YouTube ਤੇ ਚੜਾਵਾਂਗੇ। ਠੀਕ ਹੈ ਨਾ। ਅਗਰ ਇਹਨਾਂ ਨੇ YouTube ਦੇ ਉੱਤੇ ਆਣਾ ਵੇ ਫਿਰ ਵੀ ਅਸੀਂ ਹਾਜ਼ਰ ਹਾਂ, ਅਗਰ YouTube ਦੇ ਉੱਤੇ ਆਣਾ ਫਿਰ ਵੀ ਅਸੀਂ ਹਾਜ਼ਰ ਹਾਂ, ਕੋਈ ਮਸਲਾ ਨਹੀਂ ਹੈ। ਸਹੀ ਹੈ ਜੀ।
ਲਓ ਹਾਂ ਮੈਂ ਉਹਨਾਂ ਨੂੰ ਲੇਕਿਨ ਪੁੱਛਣਾ ਗੱਲ ਫੇਰ ਉਹੀ ਹੈ। ਬਹੁਤ ਜੀ ਜੀ ਬਿਲਕੁਲ ਠੀਕ ਹੈ, ਬਿਲਕੁਲ ਠੀਕ ਠੀਕ ਹੈ, ਹੈ, ਬਹੁਤ ਸ਼ੁਕਰੀਆ ਬਿਲਕੁਲ ਠੀਕ ਅਬੂ ਹੈ। ਹਸਨ ਸਾਹਿਬ, ਮੇਰੇ ਹੁਣ ਸੌਣੇ ਦਾ ਵੀ ਟਾਈਮ ਬਹੁਤ ਹੋਇਆ ਤੇ ਮਿਹਰਬਾਨੀ ਮੈਂ ਉਹਨਾਂ ਨੂੰ ਸਿਰਫ ਜੀ ਇੱਕ ਜੀ, ਗੱਲ ਤੁਸੀਂ ਰੈਸਟ ਕਰੋ, ਕਰਕੇ ਤੇ ਸੌਂ ਜਾਣਾ। ਤੁਸੀਂ ਰੈਸਟ ਕਰੋ। ਤੇ ਬਹੁਤ ਬਿਲਕੁਲ ਸ਼ੁਕਰੀਆ ਠੀਕ ਹੈ, ਸਰਕਾਰ, ਬਹੁਤ ਅੱਛਾ ਲੱਗਾ ਗੱਲ ਬਹੁਤ ਕਰਕੇ। ਮਿਹਰਬਾਨੀ, ਫੀ ਬਹੁਤ ਅਮਾਨ ਅੱਲਾ ਮਿਹਰਬਾਨੀ, ਜੀ। ਬਹੁਤ ਸ਼ੁਕਰੀਆ ਜੀ, ਫੀ ਅਮਾਨ ਅੱਲਾ। ਓਕੇ, ਅੱਲਾ ਦੇ ਵਾਲੇ। ਓਕੇ जी बाबर भाई, जी बाबर भाई मैं सुन रहा जी। गुलाम दस्तगीर कसूरी साहब, बिल्कुल ठीक, बिल्कुल ठीक। अली माशाल्लाह जी, माशाल्लाह, ज़बरदस्त। ਦੇਖੋ ਜੀ, ਆਪਣੀਆਂ ਖੁੱਡਾਂ 'ਚ ਵੜ ਕੇ ਬੈਠੇ ਰਹਿਣਗੇ। ਜਦੋਂ ਸਾਡੇ ਬੰਦੇ ਜਾਣਗੇ ਉਹਨਾਂ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣਗੇ। ਹੁਣ ਇਸ ਬੰਦੇ ਨੇ, ਜਿਹੜਾ ਬੰਦਾ ਬੈਠਾ ਦਾ ਸੀ ਨਾ ਉੱਤੇ, ਆਸਮ ਜੀ ਦਾ ਨਾਂ ਹੈ, ਜਾਂ ਜਿਹਦਾ ਬਾਬਾ ਜੀ ਦੀ ਆਈਡੀ ਤੋਂ ਆਉਂਦਾ ਵੇ, ਉਹਨੇ ਉਸ ਦਿਨ ਮੈਨੂੰ ਤੇ ਹਾਸ਼ਮੀ, ਉਨਵਾਨ ਹਾਸ਼ਮੀ ਬਾਈ ਨੂੰ ਐਡੀਆਂ ਫੋਹਸ਼ ਗਾਲਾਂ ਕੱਢੀਆਂ ਨੇ ਕਿ ਕੋਈ ਬੰਦਾ ਮੇਰੇ ਖਿਆਲ ਦੇ ਨਾਲ ਕੱਢ ਨਹੀਂ ਸਕਦਾ ਹੈ। ਅੱਛਾ, ਕਾਜ਼ਮੀ ਬਾਈ ਦੁਬਾਰਾ ਆਏ ਨੇ। ਅੱਛਾ ਕਾਜ਼ਮੀ ਵੀ, ਮੈਂ ਸਮਝਿਆ ਸ਼ਾਇਦ ਤੁਸੀਂ ਦੁਬਾਰਾ ਕੋਈ ਮੈਸੇਜ ਲੈ ਕੇ ਆਏ ਉਹਨਾਂ ਦਾ, ਤੇ ਮੈਂ ਇਸ ਵਾਸਤੇ ਤੁਹਾਨੂੰ ਕਾਲ ਤੇ ਲਿਆ ਸੀ। ਤੇ ਬਹਰਹਾਲ ਕੋਈ ਮਸਲਾ ਨਹੀਂ, ਤੁਸੀਂ ਅਗਰ ਅਜੇ ਨਹੀਂ ਉਹਨਾਂ ਨਾਲ ਗੱਲ ਹੋਈ ਤਾਂ ਕੋਈ ਗੱਲ ਨਹੀਂ, ਤੁਸੀਂ ਗੱਲ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ, ਤੇ ਇਨਸ਼ਾਅੱਲਾ ਤਾਲਾ ਜਿਹੜਾ ਅਸੀਂ ਉਹਨਾਂ ਨਾਲ ਗੱਲ ਕਰਨ ਰੈਡੀ ਹਾਂ ਇਨਸ਼ਾਅੱਲਾ ਤਾਲਾ। ਅਸ ਭਾਈ ਕਾਜ਼ਮੀ ਸਾਹਿਬ ਨੇ ਰਿਕੁਐਸਟ ਪਾਈ ਜੇ। ਨਹੀਂ, ਮੈਂ ਤੇ ਉਹਨਾਂ ਨੂੰ ਐਕਸੈਪਟ ਕੀਤੀ ਉਹਨਾਂ ਦੀ ਰਿਕੁਐਸਟ। ਨਹੀਂ, ਬਲਕਿ ਮੈਂ ਉਹਨਾਂ ਨੂੰ ਇਨਵਾਈਟ ਕੀਤਾ ਸੀ, ਮੈਂ ਉਹਨਾਂ ਨੂੰ ਇਨਵਾਈਟ ਕੀਤਾ ਵਾ, ਲੇਕਿਨ ਸ਼ਾਇਦ ਉਹ ਵੈਸੇ ਹੀ ਆਏ ਨੇ, ਤੇ ਉਹਨਾਂ ਨੇ ਸ਼ਾਇਦ ਅਜੇ ਗੱਲ ਨਹੀਂ ਉਹਨਾਂ ਨਾਲ ਕੀਤੀ, ਕਿਉਂਕਿ ਅਜੇ ਤਾਂ ਉਹਨਾਂ ਨੂੰ 2 ਸੈਕਿੰਡ ਵੀ ਨਹੀਂ ਹੋਏ ਗਏ ਆ। ਆਹੋ ਇਹ ਵੀ ਆ। ਇਹ ਸਾਡੇ ਕਸ਼ਪ ਭਾਈ ਆਪਣੇ ਜਿਹੜੇ ਨੇ ਕਾਦੀਆਨੀ। ਸਾਈਪਰਸ ਅੱਛਾ, ਦੀ ਮੇਰੇ ਖਿਆਲ। ਮਾਸ਼ਾਅੱਲਾ, ਮਾਸ਼ਾਅੱਲਾ ਜੀ, ਇਹ ਤਾਂ ਬੜੀ ਸਾਦਤ ਦਾ ਕੰਮ ਹੈ ਜੀ, ਮਾਸ਼ਾਅੱਲਾ। ਅੱਲਾਹ ਪਾਕ ਉਹਨਾਂ ਦਾ ਜਿਹੜਾ ਵੀ ਅਮਲ ਹੈ ਕਬੂਲ ਫਰਮਾਏ, ਅੱਲਾਹ ਤਾਲਾ ਦੀ ਜ਼ਾਤ। ਅੱਛਾ ਕਾਜ਼ਮੀ ਭਾਈ, ਚਲੋ ਠੀਕ ਹੋ ਗਿਆ, ਕੋਈ ਗੱਲ ਨਹੀਂ। ਤੁਸੀਂ ਇਹ ਵੇ ਕਿ ਇਹਨਾਂ ਨਾਲ ਕੱਲ ਗੱਲ ਕਰਕੇ, ਤੇ ਤੁਸੀਂ ਕਾਜ਼ਮੀ ਭਾਈ, ਤੁਹਾਡੇ ਕੋਲ ਮੇਰਾ ਆ ਗਿਆ ਜਿਹੜਾ ਨਾ, ਤੁਹਾਡੇ ਕੋਲ ਮੇਰੀ ਆਈਡੀ ਆ ਗਈ ਹੈ, ਤੁਹਾਨੂੰ ਮੈਂ ਐਡ ਕਰ ਲਿਆ ਵੇ। ਤੁਸੀਂ ਹੁਣ ਇਹਨਾਂ ਦੇ ਨਾਲ ਕੋਆਰਡੀਨੇਟ ਕਰਕੇ ਨਾ, ਤੇ ਸਾਨੂੰ ਤੁਸੀਂ ਦੱਸ ਦਿਓ, ਅਸੀਂ ਤਿਆਰ ਹਾਂ ਇਨਸ਼ਾਅੱਲਾ ਤਾਲਾ, ਜਦੋਂ ਤੁਸੀਂ ਕਹੋਗੇ ਅਸੀਂ ਰੈਡੀ ਹਾਂ। ਕਿਉਂਕਿ ਦੇਖੋ ਨਾ ਕਾਜ਼ਮੀ ਭਾਈ, ਇਹਨਾਂ ਦਾ ਦਾਵਾ ਵੇ ਕਿ ਇਸ ਟਾਈਮ ਪਲੈਨਟ ਅਰਥ ਦੇ ਉੱਤੇ ਅਗਰ ਕੋਈ ਇਲਮੀ ਕਿਤਾਬੀ ਹੈ ਨਾ ਫਿਰਕਾ, ਤੇ ਉਹ ਮਿਰਜ਼ਾ ਜੂਨੀਅਰ ਜੇਲਮੀ ਸਾਹਿਬ ਦੇ ਮੰਨਣ ਵਾਲੇ ਨੇ। ਤੇ ਲਿਹਾਜ਼ਾ ਇਹਨਾਂ ਨੂੰ ਤੇ ਚਾਹੀਦਾ ਆਪ ਹੀ ਖੁਦ ਆਪਣੀਆਂ ਬਰਾਡਾਂ ਤੋਂ ਨਿਕਲ ਕੇ ਸਾਡੇ ਕੋਲ ਆਉਣ, ਸਾਨੂੰ ਆ ਕੇ ਝੂਠਾ ਸਾਬਤ ਕਰਨ, ਸਾਨੂੰ ਗਲਤ ਸਾਬਤ ਕਰਨ। ਠੀਕ ਹੈ ਜੀ। ਤੇ ਇਹ ਵੀ ਕਿ ਇਹਨਾਂ ਨੂੰ ਤੁਸੀਂ ਦਾਵਤ ਦਿਓ, ਤੇ ਇਨਸ਼ਾਅੱਲਾ ਅਸੀਂ ਤਿਆਰ ਹੈਗੇ ਹਾਂ, ਬਗੈਰ ਗਾਲਮ ਗਲੋਚ ਦੇ, ਹਵਾਲਿਆਂ ਦੇ ਨਾਲ ਗੱਲ ਹੋਏਗੀ ਜਿਹੜੀ ਵੀ ਹੋਏਗੀ। ਹੋਰ ਅਸਫ ਭਾਈ।
ਜੀ ਆਪਣਾ ਆਪਣਾ ਭਾਈ ਜੀ ਬਿਲਕੁਲ ਠੀਕ ਠਾਕ, ਅੱਲਾ ਦਾ ਸ਼ੁਕਰ। ਤੁਸੀਂ ਸੁਣਾਓ, ਤਬੀਅਤ ਸੇ ਠੀਕ ਹੈ ਮਾਸ਼ਾਅੱਲਾ? ਮੈਂ ਉਦੋਂ ਹੀ ਆ ਗਿਆ ਹਾਂ, ਥੋੜੀ ਦੇਰ ਬਾਅਦ ਹੀ ਆ ਗਿਆ ਹਾਂ ਮੈਂ। ਜੀ ਜੀ। ਪਤਾ ਨਹੀਂ ਉਸਮਾਨ ਵੀ ਨਹੀਂ ਆਏ ਤੇ ਦਿਖਣਾ ਲਾਈਵ, ਪਤਾ ਨਹੀਂ ਕੀ ਗੱਲ ਹੈ। ਕੀ ਪਤਾ ਉਹਨਾਂ ਦੇ ਬੱਚੇ ਤੰਗ ਕਰਦੇ ਹੋਣ ਪਏ, ਨਾਲੇ ਨਹੀਂ ਅੱਜ ਸਵਾਰ ਹੈ ਸੱਚ। ਅਸ ਭਾਈ ਆਈਡੀ ਕਾਰਡ ਦਫ਼ਤਰ ਹੈ ਜੇ ਕੋਈ ਆਪਣਾ ਬੰਦਾ ਨਾਦਰ ਵਾਲਿਆਂ ਦੇ ਦਫ਼ਤਰ, ਸੋਰੀ। ਨਾਦਰ ਵਾਲੇ ਦੇ ਦਫ਼ਤਰ ਹੁਣ ਉੱਥੇ ਕੋਈ ਉਹ ਚੱਕਰ ਨਹੀਂ ਵੈਸੇ ਰਿਹਾ, ਉਹਨਾਂ ਨੇ ਹੁਣ ਅਪਗ੍ਰੇਡ ਕਰ ਦਿੱਤਾ ਵੇ। ਹੁਣ ਆ ਜਿਬਰੇ ਰੋਡ ਦੇ ਉੱਤੇ ਆ ਗਏ ਨੇ, ਉਹ ਬੜਾ ਵੱਡਾ ਉਹਨਾਂ ਨੇ ਇੱਥੇ ਦਫ਼ਤਰ ਆਪਣਾ ਬਣਾਇਆ ਵੇ। ਤੇ ਹੁਣ ਉੱਥੇ ਨਾ ਕੋਈ ਸਿਫਾਰਿਸ਼ ਸਫੂਰਨ ਦਾ ਚੱਕਰ ਕੋਈ ਨਹੀਂ ਹੈ, ਬੜੇ ਆਰਾਮ ਨਾਲ ਉੱਥੇ ਕੰਮ ਹੋ ਜਾਂਦਾ, ਬੜਾ ਆਸਾਨੀ ਦੇ ਨਾਲ ਉੱਥੇ ਕੰਮ ਹੋ ਜਾਂਦਾ ਤੇ ਫਟਾਫਟ ਕੰਮ ਹੋ ਜਾਂਦਾ। ਨਹੀਂ ਸਿਫਾਰਿਸ਼ ਵਾਲੀ ਗੱਲ ਨਹੀਂ, ਉਹ ਸਿਰਫ ਇਹ ਵੇ ਕਿ ਪਤਾ ਇਹ ਕਰਨਾ ਸੀ ਵੀ ਜੇ ਕੋਈ ਗਲਤੀ ਵੀ ਹੋਈ ਹੈ ਤੇ ਉਹ ਆਪਣੇ ਆਪ ਕਰ ਦਿੰਦੇ ਨੇ। ਆਨਲਾਈਨ ਕਰਾਉਣਾ ਨਾ ਉਹ ਆਈਡੀ ਕਾਰਡ ਅਪਲੋਡ ਰੀਨਿਊ ਕਰਾਉਣਾ। ਮੈਂ ਤੁਹਾਨੂੰ ਦੱਸਣਾ ਨਾ, ਤੁਸੀਂ ਉਹ ਆਪਣੇ ਸਫਾਰਤਖਾਨੇ ਜਾਓ ਨਾ, ਜਿਹੜਾ ਤੁਹਾਡੇ ਇਟਲੀ ਹੈ ਨਾ, ਉਹਨਾਂ ਨੂੰ ਤੁਸੀਂ ਜਿਹੜੀ ਗੱਲ ਕਹੋਗੇ ਨਾ ਉਹ ਕਰ ਦੇਣਗੇ। ਉਹ ਤੁਹਾਨੂੰ ਇੱਥੇ ਪਾਕਿਸਤਾਨ ਨਾਲ ਰਾਬਤਾ ਕਰਨ ਦੀ ਜ਼ਰੂਰਤ ਨਹੀਂ ਹੈ। ਉਹ ਨਹੀਂ ਕਰ, ਨਹੀਂ ਉਹ ਨਹੀਂ ਕਰਕੇ ਦਿੰਦੇ, ਹੁਣ ਆਨਲਾਈਨ ਹੋ ਗਿਆ ਸਿਸਟਮ। ਮੈਂ ਗਿਆ ਹਾਂ ਉਹਦੇ ਨਹੀਂ, ਉੱਤੇ। ਇੱਕ ਹੀ ਗੱਲ ਹੈ ਨਾ, ਆਨਲਾਈਨ ਕਰ ਦਿਓ ਜਾਂ ਜਿਸ ਤਰ੍ਹਾਂ ਵੀ ਹੈ, ਉਹ ਤੁਹਾਡਾ ਕਰ ਦੇਣਗੇ ਦਰੁਸਤ। ਨਹੀਂ ਉਹਨਾਂ ਨਹੀਂ ਕਰਨਾ, ਉਹਨਾਂ ਦਾ ਤਾਲੁਕ ਹੀ ਕੋਈ ਨਹੀਂ। ਅਸ ਭਾਈ ਆ ਡਾਇਰੈਕਟ ਇਸਲਾਮਾਬਾਦ ਜਾਂਦਾ ਸਾਰਾ ਕੁਝ। ਮੇਰੀ ਗੱਲ ਨਹੀਂ ਸਮਝੇ, ਮੈਂ ਇਹੀ ਕਹਿ ਰਿਹਾ, ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਆਨਲਾਈਨ ਵੀ ਹੋ ਜਾਂਦਾ ਹੈ। ਤੁਸੀਂ ਆਨਲਾਈਨ ਆਪ ਹੀ ਖੁਦ ਕਰੋ ਤੇ ਉਹ ਤੁਹਾਡਾ ਹੋ ਜਾਏਗਾ, ਤੁਹਾਡਾ ਇਨਸ਼ਾਅੱਲਾ ਤਾਲਾ, ਜਿਹੜੀ ਕੋਈ ਗਲਤੀ ਮਿਸਟੇਕ ਹੋਏਗੀ। ਹੁਣ ਉਹ ਪਤਾ ਕੀ ਹੁੰਦਾ, ਸਾਰਾ ਸਿਸਟਮ ਹੀ ਆਨਲਾਈਨ ਹੋ ਗਿਆ। ਹੁਣ ਅੰਬੈਸੀ ਵਾਲੇ ਵੀ ਆਂਦੇ ਨੇ ਸਾਡਾ ਹੁਣ ਕੋਈ ਤਾਲੁਕ ਨਹੀਂ, ਤੁਸੀਂ ਆਨਲਾਈਨ ਹੀ ਕਰਨਾ ਜੋ ਵੀ ਕਰਨਾ। ਉਹ ਚੰਗਾ ਹੋ ਗਿਆ ਨਾ, ਤੁਹਾਡੀ ਜਾਨ ਛੁੱਟ ਗਈ ਨਾ, ਨਹੀਂ ਤੇ ਉਹ ਤੁਹਾਨੂੰ ਪਤਾ ਤੰਗ ਕਰਦੇ ਨੇ ਅੰਬੈਸੀਆਂ ਵਾਲੇ, ਜਿਹੜਾ ਵੇ ਚੰਗਾ ਹੋ ਗਿਆ ਸਗੋਂ ਆਨਲਾਈਨ ਹੋ ਗਿਆ ਵੇ। ਨਹੀਂ ਹੁਣ ਤੇ ਉਦਣ ਮੈਂ ਗਿਆ, ਬੋਲੇ ਵੀ ਬੜੇ ਆਰਾਮ ਨਾਲ ਨੇ, ਮੈਂ ਤੇ ਆਪ ਹੀ ਹੈਰਾਨ ਹੋ ਗਿਆ। ਜੀ ਹਾਲਾਂ ਮੈਂ ਉਹ ਕੰਮ ਕਰਾ ਕੇ ਟੁਰਿਆ ਜਿਹੜਾ ਕੰਮ ਹੋਣ ਵਾਲਾ ਵੀ ਨਹੀਂ ਸੀ। ਪਾਵਰ ਆਫ ਅਟਾਰਨੀ ਲੈਣੀ ਸੀ ਤੇ ਮੈਨੂੰ ਉਹਨੇ ਪੁੱਛਿਆ, ਉਹਨੇ ਕਿਹਾ ਆਈਡੀ ਕਾਰਡ, ਮੈਂ ਕਹੂ ਤੇ ਕੋਈ ਨਹੀਂ ਮੇਰੇ ਕੋਲ, ਇਹ ਫੋਟੋ ਕਾਪੀਆਂ ਨੇ। ਮੈਂ ਇਹ ਓਰੀਜਨਲ ਕਿੱਥੇ? ਮੈਂ ਕਿਹਾ ਓਰੀਜਨਲ ਉੱਥੇ ਗਰੀਸ ਪਿਆ, ਲੇਕਿਨ ਉਹ ਵੀ ਨਹੀਂ ਮੈਨੂੰ ਪਤਾ ਉਹ ਲੱਭਦਾ ਕਿ ਨਹੀਂ। ਵਾਕਈ ਉਹ ਨਹੀਂ ਲੱਭਾ, ਲੇਕਿਨ ਉਹਨੇ ਸਾਰਾ ਕੁਝ ਕਰ ਦਿੱਤਾ। ਐਂਡ ਤੇ ਜਾ ਕੇ ਉਹਨੇ ਕਿਹਾ ਸੀ, ਉਹਨੇ ਕਿਹਾ ਆਈਡੀ ਕਾਰਡ ਰਿਨਿਊ ਕਰਾ ਕੇ ਤੇ ਫੇਰ ਆ। ਅੱਛਾ ਉਹ ਉਹਨੇ ਸਾਈਨ ਕਰ ਛੜਿਆ, ਸਾਰਾ ਕੁਝ ਹੋ ਗਿਆ ਸੀ। ਸਿਰਫ ਹੁਣ ਉਹਨੇ ਨਾ ਸਟੈਂਪ ਲਾਹੜੀ ਉਹ ਸਾਈਨ ਕਰਨ ਵਾਲੇ ਹਨ। ਮੈਂ ਉਹੀ ਚੁੱਕ ਕੇ ਵਕੀਲ ਨੂੰ ਘੱਲੀ ਪਾਕਿਸਤਾਨ, ਉਹ ਆਂਦਾ ਐਕਸੈਪਟ ਹੋ ਗਈ ਹੈ। ਵੈਰੀ ਗੁੱਡ, ਵੈਰੀ ਮੈਂ ਗੁੱਡ। ਕਿਹਾ ਐਕਸੈਪਟ ਹੋ ਗਈ ਤੇ ਫਿਰ ਉਹ ਅੱਜ ਉਹਨੂੰ ਪਾਰਸਲ ਕਰ ਉਹ ਕਰ ਛੜਿਆ, ਪੋਸਟ 'ਚ ਭੇਜ ਛੜੀ। चाचा बेटा माइक म्यूट कर लो। जी उस्मान भाई अस्सलाम वालेकुम। वालेकुम अस्सलाम। जिया भाई यूट्यूब ते लाइव टिकटॉक ते एक प्रोग्राम कर रहे ने मुसलमा कज़ाब दे अच्छा हवाले नाल। अच्छा अच्छा ते अच्छा, चलो फिर हाँ जी, चलिए उधर, चलिए चलिए। हाँ जो लेक्चर शुरू हुए, लेकिन मेरे ख्याल से शुरू तो उन्होंने लेना नहीं है, लेकिन वो सिर्फ अपना हाँ लेक्चर देंगे, फिर उसके बाद लेंगे कॉल के। नहीं, ਅਸੀਂ ਸੁਣਨਾ ਹੀ ਹੈ ਨਾ, ਸਿਰਫ ਸੁਣ ਲੈਂਦੇ ਹਾਂ। हाँ जी, और एजाज भाई ਜਾਂ ਇੱਥੇ कैसे हैं? ਬਹਿ ਕੇ ਸੁਣਨਾ ਹੈ? ਅਗਰ ਇੱਥੇ ਬਹਿ ਕੇ ਸੁਣਨਾ ਤੇ ਇਜਾਜ਼ ਭਾਈ ਸੁਣਾ ਦਿੰਦੇ ਨੇ ਸਾਨੂੰ। जानी ਲਓ दिल ਜੀ करदा। ਉਸਮਾਨ ਭਾਈ, ਅੱਜ ਅਸਾਂ ਮਿਰਜ਼ਾ ਜੂਨੀਅਰ ਜੇਲਵੀ ਦੇ ਜਿਹੜੇ ਛੋਕਰੇ ਨੇ ਨਾ, ਉਹਨਾਂ ਤੱਕ ਅਸੀਂ ਆਪਣਾ ਪੈਗਾਮ ਪਹੁੰਚਾ ਦਿੱਤਾ ਹੈ। ਠੀਕ ਹੈ ਜੀ, ਉਹਨਾਂ ਨੂੰ ਅਸੀਂ ਕਿਹਾ ਜੀ ਤੁਸੀਂ ਬਿਲਕੁਲ ਨਿਊਟਰਲ ਪਲੇਟਫਾਰਮ ਦੇ ਉੱਤੇ ਆਓ ਤੇ ਆ ਕੇ ਤੇ ਸਾਡੇ ਨਾਲ ਤੁਸੀਂ ਡਿਬੇਟ ਕਰੋ। ਉਹ ਕਿਹੜੇ ਹੈਗੇ ਨੇ ਜਿਹੜੇ ਜ਼ਿਆ ਭਾਈ ਦੀ ਆਈਡੀ ਦਾ ਨਾਂ ਕੀ ਹੈ? ਡਾਕਟਰ ਉਹਨਾਂ ਡਾਰਲਿੰਗ? ਦਾ ਵੀ ਡਾਕਟਰ ਡਾਰਲਿੰਗ ਹੈ ਨਾ, ਡਾਕਟਰ ਡਾਰਲਿੰਗ। ਉਮਰ ਜੱਟ ਦੇ ਨਾਂ ਤੋਂ ਤੁਹਾਡੀ ਹੋਈ ਉਹਨਾਂ ਦੀ ਨਾ, ਜਿਹੜਾ ਉਹਨਾਂ ਦਾ ਨਾਂ ਹੈ ਨਾ, ਉਮਰ ਜੱਟ ਦੇ ਨਾਂ ਦੇ ਤੋਂ ਹੈ। नहीं आईडी ਦਾ ਨਾਮ ਡਾਕਟਰ ਡਾਰਲਿੰਗ ਹੈ, ਲੇਕਿਨ ਬੈਕਐਂਡ ਤੇ ਜਿਹੜੀ ਯੂਜ਼ਰ ਨੇਮ ਹੈ ਨਾ, ਉਹ ਉਮਰ ਜੱਟ। ਉਹ ਯੂਜ਼ਰ ਨੇਮ ਤੋਂ ਹੀ ਸਰਚ ਹੋਣੀ ਹੈ, ਉਹਦੇ ਤੋਂ ਨਹੀਂ ਸਰਚ ਹੋਣੀ। ਜਿਹੜੇ ਉੱਤੇ ਨਾਂ ਲਿਖਿਆ ਦਾ ਨਾ, ਉਹ ਤੋਂ ਨਹੀਂ ਸਰਚ ਹੋਣਾ। ਅੱਛਾ ਅੱਛਾ। ਤੇ ਉਹ ਮੈਂ ਕਿਹਾ ਅਸਲ ਭਾਈ ਉਹ ਆਏ ਸੀ ਇੱਥੇ ਬਰਾੜ ਤੇ ਆਏ ਸੀਗੇ। ਅਸਲ 'ਚ ਨਾ ਇਹਨਾਂ ਦੀ ਵਿਰਾਟ ਤੇ ਇੱਕ ਬੰਦਾ ਜਾ ਕੇ ਬਹਿੰਦਾ, ਕਾਜ਼ਮੀ ਦੀ ਆਈਡੀ ਦੇ ਉੱਤੋਂ ਬਹਿੰਦਾ ਵੇ। ਉਹਨੇ ਉੱਤੇ ਨਿੰਜੇ ਦੀ ਫੋਟੋ ਲਾਈ ਦੀ ਆਪਣੇ। ਉਹਨੂੰ ਮੈਂ ਮੈਸੇਜ ਕੀਤਾ ਨਾ ਅੱਜ, ਮੈਂ ਕਿਹਾ ਯਾਰ ਤੁਸੀਂ ਆਪਣੀਆਂ ਬਰਾਡਾਂ ਤੇ ਸਾਨੂੰ ਗੱਲ ਨਹੀਂ ਕਰਨ ਦਿੰਦੇ ਤੇ
ਚੰਗੇ, ਤੁਸੀਂ ਇਲਮੀ ਕਿਤਾਬੀ ਹੋ। ਉਹ ਫਿਰ ਆਏ ਤੇ ਉਹਨਾਂ ਨੇ ਕਿਹਾ ਜੀ ਮੈਂ ਤੇ ਅਹਿਲੇ ਤਸ਼ੱਯੁ ਤੋਂ ਮੇਰਾ ਤਾਲੁਕ ਹੈ, ਤੇ ਲੇਕਿਨ ਇਹ ਵੇ ਕਿ ਮੈਂ ਤੁਹਾਡੀ ਕਾਫੀ ਲੰਬੀ ਗੁਫ਼ਤਗੂ ਹੋਈ ਹੈ। ਤੇ ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਤੁਸੀਂ ਇੰਨਾ ਸਾਡਾ ਕੰਮ ਕਰ ਦਿਓ ਕਿ ਤੁਸੀਂ ਸਾਡੀ ਉਹਨਾਂ ਦੇ